ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਤੀਜਾ। ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ, ਆਪੇ ਲਇਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕਉ ਦਿੱਤੀਅਨ, ਸਿਰ ਛਤ ਸੱਚਾ ਹਰ ਬਣਾਏ। ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ, ਆਪੇ ਲਇਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕਉ ਦਿੱਤੀਅਨ, ਸਿਰ ਛਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਐ ਹੈ, ਭਿੜ ਮਰਹਿ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹਿ, ਸ਼ੁਭਾ ਮੂਲ ਨਾ ਪਾਹੇ। ਰਾਜੇ ਓਏ ਨਾ ਆਖੀਐ ਹੈ, ਭਿੜ ਮਰਹਿ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹਿ, ਸ਼ੁਭਾ ਮੂਲ ਨਾ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਮਹਾਰਾਜ ਦੀ ਰਹਿਮਤ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਵਾਸਤੇ ਦਰ ਖੁੱਲ੍ਹੇ ਹੈ ਅਤੇ ਮਹਾਰਾਜ ਨੇ ਅੱਜ ਸਾਨੂੰ ਸੰਗਤ ਦੇ ਉੱਚੇ ਪੜਾਵਾਂ ਦੀ ਜਾਣਕਾਰੀ ਦਿੱਤੀ। ਮਹਾਰਾਜ ਨੇ ਕਿਹਾ ਕਿ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋ ਬਰਕਤ ਹੈ, ਜੋ ਬਖਸ਼ਿਸ਼ ਹੈ, ਜੋ ਉਸ ਦਾ ਸਰੂਪ ਹੈ,
ਉਸ ਨੂੰ ਕਰਤਾ ਪੁਰਖ ਦਾ ਬਣਾਇਆ ਹੋਇਆ ਕੋਈ ਵੀ ਜੀ ਨਹੀਂ ਜਾਣ ਸਕਦਾ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤਿਰ ਮਰਮ ਨਾ ਜਾਨਾ। ਮਹਾਰਾਜ ਫਿਰ ਉਹਦੇ ਨਾਲ ਸੰਬੰਧ ਕਿਵੇਂ ਬਣੇਗਾ? ਜੇ ਉਹਦੇ ਬਾਰੇ ਕੋਈ ਜਾਣ ਹੀ ਨਹੀਂ ਪਾਏਗਾ ਤਾਂ ਕਿਵੇਂ ਗੱਲ ਬਣੇਗੀ? ਕਹਿਣ ਲੱਗੇ ਸੰਤ ਸੰਗਤ ਰਾਮ ਹਿਰਦੈ ਬਸਾਈ। ਉਹ ਸਤ ਸੰਗਤ ਵਿੱਚ ਆਓ, ਸੰਤ ਸਰੂਪ ਹੋ ਕੇ ਬੈਠੋ, ਸੰਤ ਸੰਗਤ ਦੇ ਰਸ ਰਹੱਸ ਨੂੰ ਮਾਣੋ, ਉਹ ਹਿਰਦੇ 'ਚ ਵਸ ਜਾਂਦਾ ਹੈ। ਸ਼ਾਇਦ ਆਪ ਨੂੰ ਇੱਕ ਨਿੱਕੀ ਜਿਹੀ ਗਾਥਾ ਯਾਦ ਹੋਵੇ, ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਉਹ ਪੌਰਾਣਿਕ ਗਾਥਾ ਨੂੰ ਉਦਾਹਰਣ ਦੇ ਵਜੋਂ ਵਰਤਿਆ ਅਤੇ ਸਾਡੇ ਨਾਲ ਸਾਂਝਾ ਕੀਤਾ। ਇੱਕ ਵਾਰ ਨਾਰਦ ਮੁਨੀ ਤੁਰ ਪਏ ਭਗਵਾਨ ਦੇ ਦਰਸ਼ਨ ਕਰਨ। ਤੁਰਦੇ ਤੁਰਦੇ ਭਗਵਾਨ ਦੇ ਦਰਸ਼ਨਾਂ ਵਾਸਤੇ ਭਗਵਾਨ ਦੇ ਮੁਕਾਮ 'ਤੇ ਪਹੁੰਚ ਗਏ, ਜਿੱਥੇ ਭਗਵਾਨ ਜੀ ਦੇ ਦਰਸ਼ਨ ਹਮੇਸ਼ਾ ਕਰਦੇ ਸਨ। ਇਸ ਵਾਰ ਦੇਖਿਆ ਸਿੰਘਾਸਨ ਖਾਲੀ ਹੈ, ਭਗਵਾਨ ਦੇ ਦਰਸ਼ਨ ਹੀ ਨਹੀਂ ਹੋ ਰਹੇ। ਨਿਰਾਸ਼ ਹੋ ਗਏ ਅਤੇ ਨਿਰਾਸ਼ ਹੋ ਕੇ ਉੱਥੋਂ ਵਾਪਸ ਮੁੜ ਪਏ। ਵਾਪਸ ਮੁੜੇ ਅਤੇ ਭਗਵਾਨ ਜੀ ਮਿਲ ਗਏ। ਨਾਰਦ ਜੀ ਕਹਿਣ ਲੱਗੇ, ਭਗਵਾਨ ਹਰ ਵਾਰੀ ਆਪ ਦੇ ਦਰਸ਼ਨ ਸਿੰਘਾਸਨਾਂ 'ਤੇ ਹੁੰਦੇ ਸਨ, ਅੱਜ ਕੀ ਗੱਲ ਹੋਈ? ਆਪ ਜੀ ਦ੍ਰਿਸ਼ ਸਿੰਘਾਸਨ 'ਤੇ ਸੁਸ਼ੋਭਿਤ ਨਹੀਂ ਸੀ। ਕਹਿਣ ਲੱਗੇ, ਮੈਂ ਆਪਣੇ ਨਿੱਜ ਘਰ ਚਲਾ ਗਿਆ ਸੀ। ਹੈਰਾਨ ਹੋ ਗਏ, ਮਰੇ ਤੁਹਾਡਾ ਵੀ ਕੋਈ ਨਿੱਜ ਘਰ ਹੋਰ ਵੀ ਹੈਗਾ ਹੈ? ਕਹਿਣ ਲੱਗੇ, ਹਾਂ, ਇਹ ਤਾਂ ਮੇਰਾ ਸਿੰਘਾਸਨ ਹੈ ਨਾ, ਨਿੱਜ ਘਰ ਤਾਂ ਮੇਰਾ ਹੋਰ ਹੈ। ਨਾਰਦ ਜੀ ਕਹਿਣ ਲੱਗੇ, ਮਹਾਰਾਜ ਉਹ ਨਿੱਜ ਘਰ ਕਿਹੜਾ ਹੈ? ਕਹਿਣ ਲੱਗੇ, ਸਾਧ ਸੰਗਤ ਮੇਰੋ ਨਿੱਜ ਘਰ ਰੂਪ ਹੈ। ਨਾਰਦ ਜੀ, ਸਾਧ ਸੰਗਤ ਮੇਰਾ ਨਿੱਜ ਘਰ ਹੈ, ਆਹ ਮੇਰਾ ਆਸਨ ਸਿੰਘਾਸਨ ਹੈ। ਜਿਵੇਂ ਅਸੀਂ ਤੁਸੀਂ ਵੀ ਜਾਣਦੇ ਹਾਂ, ਜਿੱਥੇ ਬੈਠ ਕੇ ਪਬਲਿਕ ਨਾਲ ਮਿਲਦੇ ਹੋ, ਮੀਟਿੰਗ ਕਰਦੇ ਹੋ, ਤੁਹਾਡਾ ਦਫ਼ਤਰ ਹੈ ਨਾ, ਉੱਥੇ ਕਿਰਤ ਦਾ ਮੁਕਾਮ ਹੈ, ਤੁਹਾਡਾ ਦਫ਼ਤਰ ਹੈ, ਨਿੱਜ ਘਰ ਥੋੜ੍ਹਾ। ਰਾਜਿਆਂ ਦੇ ਵੀ ਦਰਬਾਰ ਅਲੱਗ ਹੁੰਦੇ ਨੇ ਅਤੇ ਮਹਿਲ ਅਲੱਗ ਹੋ ਜਾਂਦੇ ਨੇ। ਉੱਥੇ ਦਰਬਾਰ ਹੈ ਮੇਰਾ, ਉੱਥੇ ਤੇ ਨਿਆਂ ਹੁੰਦੇ ਨੇ, ਉੱਥੇ ਤੇ ਵੱਖਰੀਆਂ ਵੱਖਰੀਆਂ ਕਰਮਾਂ ਦੀਆਂ ਗੱਲਾਂ ਵਾਚੀਆਂ ਜਾਂਦੀਆਂ ਨੇ, ਅਤੇ ਨਿੱਜ ਘਰ ਵਿੱਚ ਤਾਂ ਫਿਰ ਪ੍ਰੇਮ ਛਲਕਦਾ ਹੈ। ਨਿੱਜ ਘਰ ਦੇ ਵਿੱਚ ਮੈਂ ਪਿਤਾ ਰੂਪ ਹੁੰਦਾ ਨਾ, ਸ਼ਾਇਦ ਇਸੇ ਕਰਕੇ ਸਤਸੰਗੀ ਪ੍ਰਭੂ ਜੀ ਨੂੰ ਪਿਤਾ ਸਰੂਪ ਕਹਿੰਦਾ, ਕਿਉਂਕਿ ਨਿੱਜ ਘਰ ਵਿੱਚ ਪਿਤਾ ਬੈਠਾ ਹੋਵੇ ਅਤੇ ਬਾਲਕੇ ਬੜੇ ਆਨੰਦ ਵਿੱਚ ਹੁੰਦੇ ਨੇ। ਸਾਨੂੰ ਕਾਹਦੀ ਪ੍ਰਵਾਹ, ਕੋਈ ਲੋੜ ਪਏਗੀ ਪਿਤਾ ਨੂੰ ਕਹਿ ਦਿਆਂਗੇ। ਅੱਜ ਵੀ ਵਡੇਰੀਆਂ ਉਮਰਾਂ ਵਿੱਚ ਵੀ ਲੋਕ ਕਹਿੰਦੇ ਨੇ ਕਿ ਮਾਪਿਆਂ ਦਾ ਸਾਇਆ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਉਹਨਾਂ ਦਾ ਹੋਣਾ ਹੀ ਬੜਾ ਵੱਡਾ ਹੈ। ਇਹ ਮਤਲਬ ਨਿੱਜ ਘਰ ਵਿੱਚ ਮਿਲਦੇ ਨੇ। ਹੋ ਸਕਦਾ ਉਹੀ ਮਾਪੇ ਬਾਹਰ ਕਿਸੇ ਅਫਸਰ ਰੂਪ 'ਚ ਮਿਲਦੇ ਹੋਣ, ਬਾਹਰ ਕਿਸੇ ਹੋਰ ਰੂਪ 'ਚ ਮੁਲਾਕਾਤ ਹੁੰਦੀ ਹੋਵੇ, ਪਰ ਘਰ ਜਾ ਕੇ ਮਾਪਿਆਂ ਦੇ ਰੂਪ 'ਚ ਮੁਲਾਕਾਤ ਹੁੰਦੀ ਹੈ। ਸਾਨੂੰ ਸਮਝ ਆ ਜਾਏ। ਹੋ ਸਕਦਾ ਜੇ ਅਸੀਂ ਕਰਮਾਂ ਫਿਲਾਸਫੀ ਦੀ ਗੱਲ ਕਰਾਂਗੇ ਨਾ, ਅਤੇ ਉਹ ਸਰਕਲ ਵਿੱਚ ਸਾਡੇ ਕਰਮ ਵਾਚੇ ਜਾਣਗੇ। ਇੱਥੇ ਆਪਾਂ ਜਿੱਥੇ ਸਤਸੰਗਤ ਵਿੱਚ ਬੈਠਦੇ ਹਾਂ, ਇਸੇ ਕਰਕੇ ਇੱਥੇ ਕਿਸੇ ਕਰਮਾਂ ਦੀ ਵਿਆਖਿਆ ਨਹੀਂ ਕਰਦੇ। ਠੀਕ ਹੈ, ਸਾਨੂੰ ਗਿਆਨ ਹੋਣਾ ਚਾਹੀਦਾ। ਦੱਸਿਆ ਇੱਕ ਦੂਜੇ ਨੂੰ ਜਾਂਦਾ ਹੈ, ਪੁੱਛਿਆ ਜਾਂਦਾ, ਭਾਈ ਆਹ ਦੁੱਖ ਸੁੱਖ ਲੋਕ ਕਰਮਾਂ ਦਾ ਭੋਗ ਭੋਗਦੇ ਨੇ। ਇੱਥੇ ਵੀ ਕਿਹਾ ਜਾਂਦਾ ਨਾ ਕਿ ਸੰਸਾਰ ਦੇ ਜੀ ਕਰਮਾਂ ਦੇ ਭੋਗ ਭੋਗਦੇ ਨੇ, ਪਰ ਜੀ ਭੋਗਦੇ ਨੇ ਨਾ। ਹੁਣ ਗੁਰਸਿੱਖਾ ਤੂੰ ਕੀ ਕਰੇਂਗਾ? ਕਹਿਣ ਲੱਗਾ, ਮੈਂ ਕਰਮਾਂ ਦੇ ਭੋਗ ਥੋੜ੍ਹਾ ਭੋਗਾਂਗਾ। ਕਿਉਂ? ਕਿਉਂਕਿ ਮੇਰਾ ਗੁਰੂ ਪਿਤਾ ਬਖਸ਼ਿੰਦਾ ਹੈ। ਮੈਨੂੰ ਪਤਾ ਹੈ ਮੇਰੇ ਗੁਰੂ ਪਿਤਾ ਦੀ ਇੱਕ ਨਿਗਾਹ ਪੈ ਗਈ ਅਤੇ ਸਾਰੇ ਕਰਮ ਕੱਟੇ ਜਾਣੇ ਨੇ। ਮੇਰੇ ਗੁਰੂ ਪਿਤਾ ਦਾ ਇੱਕ ਬੋਲ ਸਾਰੇ ਕਰਮਾਂ ਨੂੰ ਨਾਸ਼ ਕਰ ਦਿੰਦਾ ਹੈ। ਮੇਰੇ ਗੁਰੂ ਪਿਤਾ ਦੀ ਇੱਕ ਰਹਿਮਤ ਮੈਨੂੰ ਇਹ ਬਰਕਤ ਦਿੰਦੀ ਹੈ। ਇਸੇ ਕਰਕੇ ਸਿਆਣਿਆਂ ਨੇ ਪੜ੍ਹ ਪੜ੍ਹ ਕੇ ਸੁਣਾਇਆ, ਗੁਰੂ ਕਾ ਸ਼ਬਦ ਜਿਹੜਾ ਸਤਿਗੁਰ ਕਾ ਬਚਨ ਨਾ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇੱਥੇ ਤਾਂ ਕਿਰਪਾ ਦੀ ਗੱਲ ਹੈ, ਇੱਥੇ ਕਰਮਾਂ ਦੀ ਫਿਲਾਸਫੀ ਦੀ ਗੱਲ ਨਹੀਂ ਹੈ। ਇੱਥੇ ਤਾਂ ਖੁਸ਼ੀਆਂ ਨੇ। ਹੁਣ ਕਿਤਨਾ ਕੋਈ ਆਪਣੇ ਪਿਤਾ ਨੂੰ ਖੁਸ਼ ਕਰ ਲੈਂਦਾ ਹੈ, ਕਿਤਾ ਆਪਣੇ ਮਾਤਾ ਪਿਤਾ ਨੂੰ ਖੁਸ਼ ਕਰ ਲੈਂਦੇ ਆ, ਓਨਾ ਵੱਧ ਮਿਲ ਜਾਂਦਾ ਹੈ। ਅਤੇ ਜਿਹੜਾ ਬਾਲਕਾ ਆਪਣੇ ਮਾਤਾ ਪਿਤਾ ਨੂੰ ਖੁਸ਼ ਨਹੀਂ ਰੱਖਦਾ, ਪਦਾਰਥ ਉਹਨੂੰ ਵੀ ਮਿਲਦੇ ਨੇ, ਪਰ ਖੁਸ਼ੀਆਂ ਨਾਲ ਨਹੀਂ ਮਿਲਦੀਆਂ। ਅਸਾਂ ਇੱਥੇ ਖੁਸ਼ੀਆਂ ਵੀ ਲੈਣੀਆਂ ਨੇ। ਸਾਨੂੰ ਪਤਾ ਹੈ ਕਿ ਪਦਾਰਥ ਤਾਂ ਦੇ ਹੀ ਦੇਣੇ ਨੇ, ਪਦਾਰਥ ਤੇ ਨਾਲਾਇਕ ਬੱਚਿਆਂ ਨੂੰ ਵੀ ਮਿਲਦੇ ਨੇ।
ਹੁਣ ਮਾਂ ਰੋਟੀ ਭੁੱਖਾ ਥੋੜ੍ਹਾ ਰੱਖੇਗੀ, ਨਾਲਾਇਕ ਬੱਚਾ ਹੋਏਗਾ ਤੇ ਰੋਟੀ ਤਾਂ ਉਹਨੂੰ ਵੀ ਦੇਵੇਗੀ। ਪਰ ਜੋ ਖੁਸ਼ੀ, ਜੋ ਆਸੀਸ, ਜੋ ਹਿਰਦੇ ਦਾ ਪਿਆਰ ਹੈ, ਉਹ ਤੇ ਆਪਣੇ ਸਭ ਤੋਂ ਲਾਇਕ ਬੱਚੇ ਨੂੰ ਦਿੰਦੀ ਹੈ ਨਾ। ਬਸ ਅਸਾਂ ਨੇ ਲਾਇਕੀ ਨੂੰ ਪ੍ਰਾਪਤ ਕਰਨਾ ਹੈ। ਜੋ ਸਾਡੇ ਅੰਦਰ ਨਾਲਾਇਕੀਆਂ ਨੇ ਉਹਨਾਂ ਦਾ ਤਿਆਗ ਕਰਨਾ ਹੈ। ਸੰਗਤ ਵਿੱਚ ਆਉਣ ਦਾ ਮਕਸਦ ਇਹ ਹੁੰਦਾ ਹੈ ਕਿ ਸਾਡੇ ਅੰਦਰ ਜੋ ਕਮੀਆਂ ਨੇ, ਜੋ ਸਾਡੀਆਂ ਭੁੱਲਾਂ ਨੇ, ਜੋ ਗਾਹੇ ਬਗਾਹੇ ਕੋਈ ਜਾਣ ਕੇ ਕੋਈ ਅਚਨਚੇਤ ਹੋ ਗਈਆਂ, ਅਸੀਂ ਮਾਫੀ ਮੰਗੀ, ਮਹਾਰਾਜ ਭੁੱਲ ਗਏ ਹਾਂ। ਬੁਰੇ ਭਲੇ ਹਮ ਥਾਰੇ ਪ੍ਰਭ ਜੀਓ, ਖਸਮਾਨਾ ਕਰ ਪਿਆਰੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਅਸੀਂ ਕਹਿ ਦਿਆ ਕਰੀਏ। ਅੱਜ ਕਹਿਣ ਲੱਗੇ, ਥੋੜ੍ਹਾ ਜਿਹਾ ਇੱਥੇ ਟਿਕ ਜਾਈਏ। ਭਗਤ ਜਨਾ ਕਹੋ ਆਪ ਤੁੱਠਾ ਮੇਰਾ ਪਿਆਰਾ। ਭਗਤਾਂ 'ਤੇ ਤੂੰ ਖੁਸ਼ ਹੁੰਦਾ ਹੈ। ਤੁੱਠਾ ਦਾ ਮਤਲਬ ਹੁੰਦਾ ਹੈ ਅੱਜ ਪ੍ਰਸੰਨ ਹੋ ਗਿਆ। ਭਗਤਾਂ 'ਤੇ ਕਰਤਾ ਪੁਰਖ ਦੀ ਪ੍ਰਸੰਨਤਾ ਬਰਕਰਾਰ ਰਹਿੰਦੀ ਹੈ, ਬਣੀ ਰਹਿੰਦੀ ਹੈ। ਇਸੇ ਕਰਕੇ ਸਦਾ ਤੋਂ ਭਗਤਾਂ ਦੀ ਲਾਜ ਰੱਖਦੇ ਨੇ। ਔਰ ਬਹੁਤ ਵਾਰ ਅਸਾਂ ਬਚਨ ਮਹਾਰਾਜ ਦਾ ਪੜ੍ਹਿਆ ਹੈ। ਆਸਾ ਕੀ ਵਾਰ ਦੇ ਰਾਹੀਂ ਤੇ ਗੱਲ ਸਾਨੂੰ ਰੋਜ਼ਾਨਾ ਸੁਣਾਈ ਹੀ ਜਾਂਦੀ ਹੈ। ਹਰ ਜੁਗ ਜੁਗ ਭਗਤ ਤੋਂ ਪਾਇਆ ਪੜ੍ਹਦੇ ਹਾਂ, ਪਰ ਰੋਜ਼ਾਨਾ ਸੁਣਦੇ ਹਾਂ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੋਰ ਵੀ ਕਈ ਥਾਵਾਂ 'ਤੇ ਇਹੋ ਜਿਹੇ ਬਚਨ ਮਿਲਣਗੇ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਜੀ ਭਗਤੀ ਵਤਸਲ ਹੈ। ਉਹ ਆਪਣੇ ਭਗਤਾਂ ਨੂੰ ਪਿਆਰ ਕਰਦਾ ਕਿਉਂਕਿ ਭਗਤ ਭਗਤੀ ਕਰਦੇ ਨੇ। ਉਹ ਭਗਤੀ ਦੀ ਬਖਸ਼ਿਸ਼ ਨੂੰ ਵਰਤਦਾ ਹੈ ਅਤੇ ਆਪਣੇ ਭਗਤ ਦੀ ਲਾਜ ਰੱਖਦਾ ਹੈ। ਅਤੇ ਜਦੋਂ ਆਪਣੇ ਭਗਤਾਂ 'ਤੇ ਤੁੱਠਦਾ ਹੈ, ਖੁਸ਼ ਹੁੰਦਾ ਹੈ, ਫਿਰ ਕੀ ਦਿੰਦਾ ਹੈ? ਵੇਖਣਾ ਤੇ ਨਾ ਕਿਸੇ ਭਗਤ ਨੂੰ ਖੁਸ਼ ਹੋਇਆ ਅਤੇ ਕਿਹੋ ਜਿਹਾ ਮਾਣ ਦਿੱਤਾ। ਮਹਾਰਾਜ ਕਹਿਣ ਲੱਗੇ, ਸਭ ਤੋਂ ਵੱਡਾ ਜੀਵਾਤਮ ਵਾਸਤੇ ਜੋ ਮਾਣ ਸਨਮਾਨ ਹੈ ਨਾ, ਉਹ ਉਹਦਾ ਆਪਣਾ ਮਿਲਾਪ ਹੀ ਹੈ। ਜਿਵੇਂ ਅੱਜ ਵੀ ਅਸੀਂ ਗਾਹੇ ਬਗਾਹੇ ਦੇਖਦੇ ਹਾਂ, ਕਿਸੇ ਮਨੁੱਖ ਨੂੰ ਬਹੁਤ ਵੱਡਾ ਸਨਮਾਨ ਮਿਲਦਾ ਅਤੇ ਕੀ ਕਹਿੰਦੇ ਨੇ, ਤੈਨੂੰ ਵੀ ਰਾਸ਼ਟਰਪਤੀ ਨੇ ਬੁਲਾਇਆ। ਰਾਸ਼ਟਰਪਤੀ ਆਪਣੇ ਮਹਿਲ 'ਚ ਸੱਦ ਕੇ, ਆਪਣੇ ਭਵਨ 'ਚ ਸੱਦ ਕੇ ਸਨਮਾਨ ਦੇਵੇਗਾ। ਉਹ ਘਰ ਸਨਮਾਨ ਨਹੀਂ ਦੇਣ ਆਉਂਦਾ। ਫਿਰ ਮਾਣ ਨਾਲ ਬੁਲਾਉਂਦਾ ਹੈ, ਇੱਕ ਵੱਡਾ ਇਵੈਂਟ ਬਣਦਾ ਹੈ, ਖਬਰਾਂ ਬਣਦੀਆਂ ਨੇ, ਉਹ ਬੰਦਾ ਉੱਥੇ ਜਾਂਦਾ ਮਾਣ ਸਨਮਾਨ ਦੇ ਨਾਲ, ਉੱਥੋਂ ਮਾਣ ਲੈਂਦਾ। ਇਸੇ ਤਰ੍ਹਾਂ ਭਗਤ ਜਨਾਂ 'ਤੇ ਜਦੋਂ ਆਪ ਤੁੱਠਦਾ ਅਤੇ ਕੀ ਹੁੰਦਾ ਹੈ, ਭਗਤਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਕਿਉਂਕਿ ਸਾਨੂੰ ਜੋ ਦੱਸਿਆ ਗਿਆ ਹੈ ਕਿ ਕਰਤਾ ਪੁਰਖ ਦੇ ਨਿਕਟਤਾ ਹੀ ਬੜੀ ਵੱਡੀ ਚੀਜ਼ ਹੈ। ਅਸੀਂ ਤਾਂ ਤਰਸਦੇ ਹਾਂ, ਜਿੰਨੇ ਭਗਤ ਜਨ ਬਾਣੀ ਪੜ੍ਹਨ ਵਾਲੇ, ਕਿਸੇ ਵੀ ਰੂਪ ਰੰਗ ਦੇ ਵਿੱਚ ਉਹਦੀ ਸੇਵਾ ਭਗਤੀ ਸਿਮਰਨ ਕਰਨ ਵਾਲੇ, ਉਹਦੇ ਸਤਸੰਗਤ ਨੇੜੇ ਲੱਭਦੇ ਨੇ। ਅਤੇ ਕਿਤੇ ਮਿਲਾ ਹੀ ਲਵੇ ਤਾਂ ਫਿਰ ਕਿੰਨੀ ਵੱਡੀ ਗੱਲ ਹੋਵੇ। ਕਿ ਜਪਜੀ ਸਾਹਿਬ ਦਾ ਪਾਠ ਅਕਸਰ ਗੁਰਸਿੱਖ ਕਰਦੇ ਨੇ, ਉਹ 'ਚ ਦੱਸਿਆ ਨਾ ਫਿਰ ਭਗਤਾਂ ਨੂੰ ਕਿੱਥੇ ਟਿਕਾਣਾ ਦਿੰਦਾ ਹੈ। ਜਦੋਂ ਪਿਆਰ ਦਿੰਦਾ ਹੈ ਅਤੇ ਕਿਸੇ ਨੂੰ ਆਪਣਾ ਭਗਤ ਹੋਣ ਦਾ ਮਾਣ ਦਿੰਦਾ ਹੈ, ਭਗਤ ਦਾ ਨਿਵਾਸ ਕਿੱਥੇ ਹੁੰਦਾ ਹੈ? ਜਪਜੀ ਸਾਹਿਬ ਪੜ੍ਹਦੇ ਹਾਂ ਜਦੋਂ ਖੰਡਾਂ ਦੀ ਵਿਆਖਿਆ ਹੌਲੀ ਹੌਲੀ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਤਿੱਕ ਤੁਕ ਆਉਂਦੀ, ਤਿੱਥ ਹੈ ਭਗਤ ਵਸਹਿ ਕੇ ਲੋ, ਉਤੋਂ ਅੱਗੇ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਦੇ ਐਨ ਮੁਕਾਮ 'ਤੇ, ਇੱਕ ਹੀ ਸੱਚਖੰਡ ਦੇ ਦਰ 'ਤੇ। ਅਸਾਂ ਦੇਖਿਆ ਨਹੀਂ, ਗੁਰੂ ਨਾਨਕ ਜੀ ਕਹਿੰਦੇ ਨੇ, ਅਤੇ ਗੁਰੂ ਨਾਨਕ ਜੀ ਦਾ ਬਚਨ ਸਾਡੇ ਲਈ ਸਦਾ ਲਈ ਸੱਤ ਹੈ। ਜੇ ਮਹਾਰਾਜ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਅਤੇ ਫਿਰ ਉਹਦੇ ਸੱਚਖੰਡ ਦੇ ਨੇੜੇ ਸਭ ਤੋਂ ਉਰਲੇ ਪਾਸੇ ਕੌਣ ਹੈ? ਤਿੱਥ ਹੈ। ਉੱਥੇ ਵਸਦੇ ਨੇ ਕੌਣ? ਭਗਤ ਵਸੈ। ਉੱਥੇ ਭਗਤ ਵਸਦੇ ਨੇ। ਇਸ ਰਸ ਰਹੱਸ ਨੂੰ ਹੋਰ ਸਮਝਣਾ ਹੋਵੇ, ਉਹੀ ਮੁਕਾਮ ਹੁੰਦਾ ਹੈ ਜਿੱਥੋਂ ਕਿਸੇ ਨੂੰ ਸੱਦ ਕੇ ਪਠਾਇਆ ਜਾਂਦਾ। ਇਹ ਠੀਕ ਹੈ, ਇਹ ਤਰਕ ਵਿਗਿਆਨ ਨਾਲ ਸਮਝਿਆ ਨਹੀਂ ਜਾ ਸਕਦਾ। 2 ਵਾਰ ਅਸਾਂ ਗੱਲਾਂ ਸੁਣੀਆਂ, ਵਡੇਰਿਆਂ ਤੋਂ ਪੜ੍ਹੀਆਂ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਜਗ ਮਾਹੇ ਪਠਾਇਆ, ਪਠਾ ਦਿੱਤਾ। ਕਿੱਥੇ ਸਨ ਪਹਿਲਾਂ? ਅਸੀਂ ਇੱਥੇ ਦਰਬਾਰ 'ਚ ਇੰਨੇ 'ਚ ਬੈਠੇ ਹਾਂ, ਇੱਥੇ ਕੋਈ ਵਡੇਰਾ ਸਾਡੇ 'ਚ ਬੈਠਾ ਹੋਵੇ ਤਾਂ ਕਿਸੇ ਆਪਣੇ ਕਹੇਗਾ ਨਾ, ਜਾ ਭਾਈ ਬਾਹਰ ਦੇਖ ਕੀ ਗੱਲ ਹੈ,
ਲਾਈਟ ਚਲੀ ਜਾਂਦੀ, ਕਈ ਵਾਧਾ ਘਾਟਾ ਹੁੰਦਾ, ਤੇ ਕਿਸੇ ਨੂੰ ਕਹਿੰਦੇ ਹੋ ਨਾ ਵੀ ਜਾ ਬੇਟਾ ਉੱਠ ਕੇ ਦੇਖ। ਜਿਹੜਾ ਤੁਹਾਡੇ ਮਤਹਿਤ ਹੁੰਦਾ, ਦੇਖਦੇ ਹੋ ਵੀ ਅੰਮ੍ਰਿਤ ਛੋਟਾ ਜਿਹਨੂੰ ਬਾਰੇ ਜਾਣਕਾਰੀ ਹੈ, ਬਿਹਤਰੀਨ ਤਰੀਕੇ ਨਾਲ ਕੰਮ ਦੇਖ ਸਕਦਾ, ਕਹਿੰਦੇ ਜਾ ਭਾਈ ਦੇਖ, ਇਹ ਬਾਹਰ ਸ਼ੋਰ ਕਾਹਦਾ ਹੋਇਆ। ਇਸੇ ਤਰ੍ਹਾਂ ਜਦੋਂ ਬਾਹਰ ਸ਼ੋਰ ਮੱਚਦਾ ਹੈ ਤੇ ਕਰਤਾ ਪੁਰਖ ਨੇ ਵੀ ਕਿਹਾ ਨਾ ਜਾ ਭਾਈ ਦੇਖ ਕੌਣ ਹੈ। ਪਠਾਇਆ ਦਾ ਮਤਲਬ ਭੇਜਿਆ। ਉਹ ਕਿੱਥੇ ਵਾਸਤੇ ਨੇ? ਉਹ ਉਹੀ ਮੁਕਾਮ ਹੈ ਜਿਹਦਾ ਜ਼ਿਕਰ ਗੁਰੂ ਨਾਨਕ ਆਪ ਕਰਦੇ ਨੇ। ਇਸ ਨੂੰ ਗਹਿਰਾਈ ਨਾਲ ਸਮਝਣਾ ਪੜ੍ਹਨਾ ਹੋਵੇ ਨਾ, ਕਦੇ ਵਕਤ ਲੱਗ ਜਾਏ, ਆਪ ਨੂੰ ਸ਼ੌਕ ਆ ਜਾਏ, ਸਮਝ ਆ, ਪਿਆਰ ਆ ਜਾਏ। तो भाई साहब भाई वीर सिंह जी के जो दर्शन ने ना, फिलासफियाँ उन्होंने ग्रंथ लिखे ने, गुरु नानक चमत्कार के कुछ पहले अध्याय गहन चिंतन ना पढ़ना, तिथे भगत वास्ते ने। साढ़े चों जिहड़े भगत हो जाते हैं उन्होंने वो मुकाम मिलता है। अजे कहते हैं भगत मुक्ति का दर लभते हैं, भगतों को मिलाप हासिल हो जाता है, भगतों का मान मिलता है, भगत उत्थे जाते हैं। जिवें किसी ने बहुत अमीरी मिल गई, बहुत तरक्की मिल गई, तो बहुत पाश कलोनी च घर मिल गया, बहुत उच्चे थां ते, बहुत उच्चे थां ते साडी जिन्नी को पहुँच पड़ताल होंदी है, असीं उन्ना को उच्चा ते वड्डा अमीरी का थां उहदे बारे दस सकते हैं। भाई हाँ जी हाँ, फलाने बंदे नूं बहुत देखो दिल्ली कोठी मिल गई है, सरकार ने वड्डी कोठी देती। आपां इदां ही कह सकते हैं ना भी फलाने नूं फलाने सैक्टर च घर सरकारी मिल गया जी। सब दुनिया भर दी सहूलतां उत्थे मुहैया ने। तो इस तरह भगतां नूं की दिंदा है, क्योंकि भगत इस लोक ते आनंद जी मरदे ही मरदे। भगत जना को आप तुठा मेरा प्यारा, आपे लयन जन लाए। अपने आप दे नाल उन्हां ने भगतां नूं जन, जन भी भगतां दी संगिया है। भगत जन ही अपने आप नूं जन कहिंदे ने। बहुत प्यार नाल अपने पढ़ियाणा पाठ करदे आ। गुरु नानक पातशाह साहब जी जदों अपना नाम वरतदे ने, गुरु नानक पातशाह साहब जी की 6 पातशाहियां के रूप में पावन बाणी है ना, पहलियां 5 पातशाही ते महले 9वें की बाणी। इस तरह कबीर साहब जी, रविदास साहब जी, नामदेव जी, सारे भगत उस लैवल ते बहुत प्यार ना अपने आप नूं की कहते हैं जन, जन नानक। कितनी बार पढ़िया होना जन नानक, नानक जन, जन कबीर। अपने आप नूं जन कहिंदे ने। जन का मतलब भी भगत ही है। वो जिहदे उत्तों मौत का गलबा लै गया। सानूं फिलासफी समझाया जाता है कि जन समझना होवे ना, जन की अवस्था की है। कदे कागज़ ते पेंसिल दे नाल जज्जा नन्ना ते मम्मा पंजाबी दे 3 अखर लिख के देखना, फिर रबर दे नाल आखिरी अखर मम्मा मिटा देना, बच गया जन। एक कहते ने माँ मौत होंदी है, मम्मा मौत है। जिस जी तो मौत का गलबा उतर गया, जिस जी तो मौत का भय उतर गया, जिस जी ते मौत पहुँच ही नहीं बना सकती, जिस जी दे नेड़े मौत जा ही नहीं सकती, वो जन है, वो कबीर है, वो रविदास है, वो नानक है। ना किसी ने इस जान सकते हैं, वो अवस्था है, वो जन है। उन्हां भगत, इसे करके भगत जन, साधु जन, संत जन, सेवक जन। कदे साढ़े तुहाडे वर्गे नूं कहा भी फलाना सिख जन नहीं कहिंदे ना। असीं एक सिख जन नहीं शब्द वरते, गुरमुख जन, भगत जन, साधु जन ये शब्द वरते जाते, क्योंकि ये वो ने जिन्हां दे उत्तों मौत का गलबा, मौत का गलाव, मौत का भय, मौत का असर मिट चुका। हुण इन्हां नूं कोई मार ही नहीं सकता। ये सदैव काल लई एक रूप विच अनंत काल लई उत्थे पहुँच जाते हैं। आप अपने आप नाल मिला लेंदे। दशमेश दीआं गाथावां चों श्री अनंदपुर साहब की एक निक्की जी गाथा, एक बार खुला दरबार, कोई सुखावा माहौल सी। आपां हुण ते दशमेश पातशाह दे वड्डे हमले ते अनंदपुर दे त्याग दीआं गल्लां संध्या वेले बैठ के कर रहे हैं, पर जदों सुखावा जिहा माहौल कदे बनदा है, इस तो पहला बड़ा लंबेरा समा सुखावा माहौल भी रहा है, जिथे महाराज ने बड़े कौतक कीते ने ज्ञान दे, विचारां दे, फलसफे दे। उत्थे एक बार सुभावक ही महाराज ने कह दिया, दसो कि जदों कबीर साहब जी बनारस विच भगती करते सन, उदों राजा किहड़ा सी? सारे आपो अपने कियास राइयां लाउण लग पे। शायद साडे चों बहुतिआं नूं घੱਟ ही पता होना, जिन्हें इतिहास पढ़िया सुणेगा उन्होंने पता नहीं, तो बाकी
ਕੋਈ ਬਾਬਰ ਦਾ ਨਾਂ, ਕੋਈ ਕਿਸੇ ਦਾ ਨਾਂ, ਕੋਈ ਕਿਸੇ ਦਾ ਨਾਂ ਲੈਣ ਲੱਗ ਪਿਆ। ਦਿੱਲੀ 'ਤੇ ਵੱਧ-ਛੇਦ ਕਿਹਦੀ ਸੀ ਉਦੋਂ? ਸਭ ਨੇ ਆਪਣੇ ਆਪਣੇ ਨਾਂ ਲੈ ਦਿੱਤੇ। ਸਾਡੇ ਵਰਗੇ ਤੇ ਅੱਜ ਵੀ ਬਹੁਤੇ ਔਰੰਗਜ਼ੇਬ ਹੀ ਕਰੀ ਜਾਣੇ, ਹਰ ਥਾਂ 'ਤੇ ਔਰੰਗਜ਼ੇਬ ਇਲਾਖੀ 'ਚ ਨੇ, ਕਿਉਂਕਿ ਸਾਨੂੰ ਔਰੰਗਜ਼ੇਬ ਦਾ ਚੇਤਾ ਹੈ। ਹੱਸ ਪਏ ਮਹਾਰਾਜ, ਕਹਿਣ ਲੱਗੇ ਨਹੀਂ ਪਤਾ ਨਾ, ਪਰ ਕਬੀਰ ਸਾਹਿਬ ਦਾ ਪਤਾ ਨਾ, ਸਾਰੀ ਦੁਨੀਆ ਨੂੰ ਪਤਾ ਹੈ ਵੀ ਕਬੀਰ ਬਨਾਰਸ ਵਿੱਚ ਐ ਸੀ। ਪਰ ਕਿਸੇ ਨੂੰ ਪਤਾ ਕਿ ਇਬਰਾਹਿਮ ਲੋਧੀ ਸੀ ਉਦੋਂ ਹਿੰਦੁਸਤਾਨ ਦਾ ਬਾਦਸ਼ਾਹ, ਕਿਉਂਕਿ ਬਾਦਸ਼ਾਹ ਕਿੰਨੇ ਆਏ ਕਿੰਨੇ ਗਏ ਕੌਣ ਜਾਣਦਾ ਬਾਦਸ਼ਾਹਾਂ ਨੂੰ, ਪਰ ਭਗਤਾਂ ਦਾ ਰਾਜ ਸਦਾ ਨਿਹਚਲ ਹੈ, ਅਟਲ ਹੈ। ਅਟਲ ਪਦਵੀ ਧਰੂ ਅਟਲ ਅਜ ਹੂੰ ਨਾ ਟਰਿਓ, ਕਹਿੰਦੇ ਨਾ ਧਰੂ ਅਟਲ ਹੈ, ਦੁਨੀਆ ਟਲ ਜਾਏਗੀ। ਅੱਜ ਵੀ ਸਾਡੇ ਸਿਆਣੇ ਕੀ ਧਰੂ ਤਾਰਾ ਅਟਲ ਹੈ ਭਾਈ, ਬਾਕੀ ਸਾਰੇ ਤਾਰਿਆਂ ਦੀ ਜਗ੍ਹਾ ਬਦਲ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਖ ਦੇ ਰਾਤਰੀ ਵੇਖੀਏ, ਹੁਣ ਤਾਂ ਚਲੋ ਕੋਹਰਾ ਪੈਂਦਾ ਹੈ, ਜਦੋਂ ਬਿਲਕੁਲ ਸ਼ਾਂਤ ਨਿਤਰੀਆਂ ਰਾਤਾਂ ਪਿੱਛੇ ਮਿਲਦੀਆਂ ਸਨ, ਆਸਮਾਨ ਵੱਲ ਵੇਖੀ ਤੇ ਰਾਤ ਸੰਧਿਆ ਦੇ ਵੇਲੇ ਜੋ ਤਾਰਿਆਂ ਦੀ ਹਾਲਾਤ ਸਥਿਤੀ ਹੁੰਦੀ ਹੈ, ਦਿਨ ਚੜ੍ਹਦਿਆਂ ਨੂੰ ਬਦਲ ਚੁੱਕੀ ਹੁੰਦੀ ਨਾ, ਪਰ ਧਰੂ ਉੱਥੇ ਦਾ ਉੱਥੇ ਹੀ ਹੁੰਦਾ। ਠੀਕ ਹੈ, ਉਹ ਖਗੋਲ ਸ਼ਾਸਤਰ ਦੀ ਘਟਨਾ ਆਪਣੇ ਵੱਖਰੀ ਪੱਧਰ ਦੀ ਹੋਵੇਗੀ। ਦੇਖੋ ਜੀ, ਧਰਤੀ ਘੁੰਮ ਗਈ, ਧਰਤੀ ਚਲੀ ਗਈ, ਇੱਧਰ ਹੋ ਗਿਆ ਉੱਧਰ ਹੋ ਗਿਆ, ਗਿਆਨੀ ਵਿਗਿਆਨੀ ਇੱਦਾਂ ਕਹਿਣਗੇ, ਪਰ ਭਾਈ ਧਰੂ 'ਤੇ ਨਹੀਂ ਕਿਧਰ ਗਿਆ ਨਾ। ਬਾਕੀ ਤਾਰੇ ਸਭ ਬਦਲ ਗਏ, ਸਵੇਰ ਦਾ ਤਾਰਾ ਚੜ੍ਹ ਗਿਆ, ਸ਼ਾਮ ਦਾ ਤਾਰਾ ਹੋ ਗਿਆ, ਪਰ ਧਰੂ ਤਾਰਾ ਤਾਂ ਉੱਥੇ ਦਾ ਉੱਥੇ ਹੀ ਰਿਹਾ ਨਾ। ਤਾਈਓ ਕਹਿੰਦੇ ਨੇ ਭਗਤੀ ਜਿਹਨੂੰ ਪ੍ਰਾਪਤ ਹੋ ਗਈ, ਔਰ ਜਿਹਦੀ ਭਗਤੀ ਨੂੰ ਗੁਰੂ ਕਰਤੇ ਨੇ ਪ੍ਰਵਾਨ ਕਰ ਲਿਆ, ਉਹ ਅਟਲ ਹੋ ਜਾਂਦਾ ਹੈ। ਉਹ ਨਹੀਂ ਫਿਰ ਹਿਲਦਾ, ਉਹ ਚਲਾਇਮਾਨ ਨਹੀਂ ਹੁੰਦਾ, ਉਹ ਸदैव ਹੀ ਟਿਕ ਜਾਂਦਾ ਹੈ। ਭਗਤਾਂ ਨੂੰ ਇਹ ਮਾਣ ਮਿਲਿਆ, ਭਗਤ ਅਟਲ ਨੇ, ਅੱਜ ਵੀ ਧੰਨਾ ਅਟਲ ਹੈ। ਸਾਨੂੰ ਕਿੰਨਿਆਂ ਕੁ ਨੂੰ ਪਤਾ ਹੈ ਕਿ ਭਗਤ ਪੀਪਾ ਰਾਜਾ ਸੀ? ਬਹੁਤੇ ਨੂੰ ਪਤਾ ਹੀ ਨਹੀਂ, ਪਰ ਪੀਪਾ ਭਗਤ ਹੈ ਇਹ ਪਤਾ ਹੈ ਨਾ। ਰਾਜਾ ਅਟਲ ਨਹੀਂ ਹੈ, ਭਗਤ ਅਟਲ ਹੈ। ਬੜੀ ਪਿਆਰੀ ਜੀ ਗਾਥਾ ਹੈ ਇਹ। ਪੀਪਾ ਸਾਹਿਬ ਜੀ ਜਦੋਂ ਆਪਣੇ ਗੁਰੂ, ਕਿਉਂਕਿ ਰਵਿਦਾਸ ਸਾਹਿਬ ਜੀ ਨੂੰ ਗੁਰੂ ਮੰਨਦੇ ਸਨ, ਗਏ ਆਸ਼ਰਮ 'ਤੇ ਇੱਥੇ ਟਿਕਾਣਾ ਸੀ ਇਹਨਾਂ ਦੇ ਗੁਰੂ ਦਾ। ਉਦੋਂ ਭਗਤ ਆਪਣੇ ਰਾਜਗੱਦੀ ਦਾ ਮਾਣ ਹੈ, ਰਾਜਸੀ ਸਿੰਘਾਸਨ ਮੁਕਟ 10 20 50 ਬੰਦੇ ਨਾਲ ਗਏ। ਅੱਗੇ ਤੇ ਅੱਗੇ ਗੁਰੂ ਦੇ ਦਰਵਾਜ਼ੇ 'ਤੇ ਗਏ, ਦਰਬਾਨ ਖੜ੍ਹਾ ਹੈ, ਸੇਵਾਦਾਰ ਖੜ੍ਹਾ ਹੈ, ਉਹਨੇ ਰਾਹ ਰੋਕਤਾ, ਕਹਿਣ ਲੱਗਾ ਨਾ ਭਾਈ ਇਸ ਵਕਤ ਕੋਈ ਨਹੀਂ ਮਿਲ ਸਕਦਾ। ਬੜੇ ਮਾਣ ਜੇ ਨਾਲ ਕਹਿਣ ਲੱਗੇ, ਜਾ ਤੈਨੂੰ ਪਤਾ ਨਹੀਂ ਮੈਂ ਰਾਜਾ ਪੀਪਾ ਹਾਂ, ਜਾ ਕਹਿ ਦੇ ਜਾ ਕੇ ਰਾਜਾ ਪੀਪਾ ਆਏ। ਸੇਵਾਦਾਰ ਵਿਚਾਰੇ ਨੇ ਉਦੋਂ ਜਾ ਕੇ ਕਹਿਤਾ, ਮਹਾਰਾਜ ਬਾਹਰ ਕੋਈ ਰਾਜਾ ਪੀਪਾ ਆਏ, ਆਪਣਾ ਰਾਜਾ ਕਹਿੰਦਾ। ਅਤੇ ਉਹਨਾਂ ਸੁਭਾਵਿਕ ਹੀ ਗੁਰੂ ਕਹਿਣ ਲੱਗੇ, ਰਾਜੇ ਕੋ ਥਾਂ ਨਹੀਂ। ਸੇਵਾਦਾਰ ਨੇ ਆ ਕੇ ਵਾਪਸ ਕਹਿਤਾ ਕਿ ਰਾਜੇ ਕੋ ਥਾਂ ਨਹੀਂ। ਠੀਕ ਹੈ, 2 4 10 ਪਲ ਹੋਰ ਘੜੀ ਗੁਜ਼ਰੀ, ਇੰਤਜ਼ਾਰ ਕਿ ਰਾਜਿਆਂ ਤੋਂ ਇੰਤਜ਼ਾਰ ਕਿੱਥੇ। ਫਿਰ ਅੱਗੇ ਉਹ ਕਹਿਣ ਲੱਗੇ, ਜਾ ਕਹਿ ਤੁਹਾਡਾ ਸਿੱਖ ਰਾਜਾ ਪੀਪਾ ਰਾਜਪੂਤਾਨੇ ਤੋਂ ਇੰਨੀ ਦੂਰੋਂ ਚੱਲ ਕੇ ਆਇਆ। ਸੇਵਾਦਾਰ ਨੇ ਫਿਰ ਕਹਿਤਾ, ਮਹਾਰਾਜ ਉਹ ਕਹਿੰਦਾ ਮੈਂ ਰਾਜਪੂਤਾਨੇ ਤੋਂ ਆਇਆ, ਤੁਹਾਡਾ ਸਿੱਖ ਹਾਂ। ਉਹ ਫਿਰ ਕਹਿੰਦੇ ਕਹਿਣਾ ਰਾਜੇ ਕੋ ਥਾਂ ਨਹੀਂ। ਸੇਵਾਦਾਰ ਨੇ ਜਾ ਕੇ ਫਿਰ ਕਹਿ ਦਿੱਤਾ। ਇਸ ਤਰ੍ਹਾਂ 2 ਵਾਰ ਹੋ ਗਈ, 3 ਵਾਰ ਹੋ ਗਈ, 3 ਵਾਰ ਇੱਕੋ ਗੱਲ ਆਉਂਦੀ, ਰਾਜੇ ਕੋ ਥਾਂ ਨਹੀਂ, ਰਾਜੇ ਕੋ ਥਾਂ ਨਹੀਂ। ਥੋੜ੍ਹਾ ਬਹੁਤਾ ਸਤਸੰਗੀ ਸੀ, ਕਹਿਣ ਲੱਗਾ ਰਾਜੇ ਕੋ ਥਾਂ ਨਹੀਂ ਨਾ, ਤਾਂ ਕੋਈ ਬਾਤ ਨਹੀਂ। ਚੁੱਪਚਾਪ ਮਲਕੜੇ ਜੇ ਮੁਕਟ ਉਤਾਰ ਦਿੱਤਾ। ਰਾਣੀ ਨੇ ਵੀ ਗਹਿਣੇ ਜੋ ਰਾਜਸੀ ਨਿਸ਼ਾਨੀਆਂ ਹੁੰਦੀਆਂ, ਜੋ ਰਾਜਸੀ ਮਹਿਲ ਦੀਆਂ, ਉਤਾਰਤੀਆਂ। ਸਧਾਰਨ ਜਿਹੇ ਕੱਪੜੇ ਪਾ ਕੇ ਫਿਰ ਦਰਬਾਨ ਕੋ ਜਾ ਖੜ੍ਹੇ ਹੋਏ। ਸੇਵਾਦਾਰ ਨੂੰ ਕਹਿਣ ਲੱਗੇ, ਜਾਓ ਗੁਰੂ ਨੂੰ ਕਹਿਣਾ ਤੁਹਾਡਾ ਸਿੱਖ, ਤੁਹਾਡਾ ਸੇਵਕ ਪੀਪਾ ਆਇਆ। ਹੁਣ ਕੀ ਆ? ਦਰਬਾਰ ਨੇ ਫਿਰ ਜਾ ਕੇ ਕਹਿਤਾ, ਮਹਾਰਾਜ ਕੋ ਤੁਹਾਡਾ ਕੋਈ ਸੇਵਕ ਹੈ, ਕੋਈ ਭਗਤ ਜਨ ਹੈ ਤੁਹਾਡਾ ਸੇਵਕ। ਕਹਿਣ ਲੱਗੇ, ਆ ਤਾਂ ਬਾਹਰ ਕਿਉਂ ਖੜ੍ਹਾ, ਅੰਦਰ ਕਿਉਂ ਨਹੀਂ ਆਉਂਦਾ? ਜੋ ਸਵੇਰ ਦਾ ਖੜ੍ਹਾ ਹੈ ਰਾਜਾ, ਉਹਦੇ ਲਈ ਕੋਈ ਥਾਂ ਨਹੀਂ, ਪਰ ਅਗਰ ਸੇਵਕ ਹੈ ਤਾਂ ਬਾਹਰ ਕਿਉਂ ਖੜ੍ਹਾ ਹੈ, ਅੰਦਰ ਆਵੇ। ਸੇਵਕ ਨੂੰ ਇੰਤਜ਼ਾਰ ਨਹੀਂ ਕਰਨਾ, ਸੇਵਕ ਅੰਦਰ। ਉਸ ਦਿਨ ਤੋਂ ਉਹਨੇ ਕਿਹਾ ਵੀ ਨਹੀਂ ਰਾਜਾ ਨਹੀਂ, ਹੁਣ ਇਹ ਪੀਪਾ ਭਗਤ ਹੋਏਗਾ, ਹੁਣ ਇਹ ਪੀਪਾ ਰਾਜਾ ਨਹੀਂ ਹੋਏਗਾ। ਸਾਨੂੰ ਨਹੀਂ ਪਤਾ ਨਾ, ਕਿਉਂਕਿ ਭਗਤੀ ਹੀ ਅਟਲ ਹੈ। ਜਿਨ੍ਹਾਂ 'ਤੇ ਭਗਤ ਕਿਰਪਾ ਕਰ ਦਿੰਦਾ ਪ੍ਰਭੂ ਜੀ, ਉਹਨਾਂ ਨੂੰ ਭਗਤਾਂ ਨੂੰ ਅਟਲ ਪਦਵੀਆਂ, ਅਟਲ ਟਿਕਾਣੇ ਮਿਲ ਜਾਂਦੇ ਨੇ। ਉਹਨਾਂ ਤੋਂ ਮੌਤ ਲੈ ਜਾਂ ਜਿਵੇਂ ਅਸੀਂ ਕਹਿ ਸਕਦੇ ਹਾਂ, ਭਾਈ ਸਾਹਿਬ ਭਾਈ ਮਤੀ ਦਾ ਸਭ ਤੋਂ ਮੌਤ ਲੈ ਗਈ ਹੈ, ਚੀਰ ਦਿਓ ਕੀ ਕਰੋਗੇ। ਕਬੀਰ ਸਾਹਿਬ ਦੇ ਹੱਥ ਪੈਰ ਬੰਨ੍ਹ ਕੇ ਖੂਨੀ ਹਾਥੀ ਕੇ ਸੁੱਟ ਦਿੱਤਾ, ਮਾਰ ਦਿਓ, ਚੀਰ ਦਿਓ, ਤਫੜ ਕਰ ਦਿਓ, ਕੀ ਕਰ ਲੋਗੇ? ਉਹ ਫਿਰ ਵੀ ਟਿਕਿਆ ਹੋਇਆ। ਉਹਦੇ ਉੱਤੇ ਸਿਰ 'ਤੇ ਆਰਾ ਚਲਾ ਦਿੱਤਾ ਜਾਂਦਾ ਹੈ, ਦੇਗ 'ਚ ਬਾਲ ਦਿੱਤਾ ਜਾਂਦਾ ਹੈ,
ਅਸੀਂ ਦੇਖਿਆ ਲਾਹੌਰ ਦੀਆਂ ਕਚਹਿਰੀਆਂ ਦੇ ਵਿੱਚ ਬਜ਼ੁਰਗ ਬਾਬੇ ਮਤੀ ਦਾਸ ਸਾਹਿਬ ਜੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਟੁਕੜੇ ਟੁਕੜੇ ਕਰਤੇ ਜਾਂਦੇ ਨੇ, ਪਰ ਕੀ ਮਾਰ ਸਕਿਓ? ਕੀ ਕੋਈ ਅੱਜ ਤੱਕ ਕਹਿ ਸਕਦਾ ਵੀ ਉਹਨਾਂ ਟੋਟੇ ਟੋਟੇ ਕਰਕੇ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮਾਰ ਦਿੱਤਾ? ਤੇ ਜਵਾਬ ਹੈ ਨਹੀਂ, ਮਾਰ ਨਹੀਂ ਸਕੇ। ਸਰੀਰ ਦੇ ਟੋਟੇ ਟੋਟੇ, ਕਿਉਂਕਿ ਸਰੀਰ ਦਿਸਦਾ ਹੈ ਨਾ, ਪਦਾਰਥ ਨਾਲ ਸੰਬੰਧਿਤ ਹੈ, ਇਹਦੇ ਟੁਕੜੇ ਕਰ ਦਿਓਗੇ। ਤੈਨੂੰ ਤੇ ਇੱਕ ਦਰਸ਼ਨ ਹੈ ਨਾ, ਉਹ ਗੁੱਟ ਵੱਢਣਾ ਚਾਹੁੰਦਾ ਤੇ ਕਹਿੰਦੇ ਨਹੀਂ ਆ ਬੰਦ ਕੱਟ, ਕਿਉਂਕਿ ਉਹਨੂੰ ਪਤਾ ਹੈ ਮੈਨੂੰ ਮਾਰ ਥੋੜ੍ਹਾ ਸਕਦਾ, ਲੈ ਪੇ ਟੋਟੇ ਕਰ ਲਾ ਤੂੰ ਆਪਣੇ। ਭਗਤ ਦੇ ਜਦੋਂ ਮਹਾਰਾਜ ਤੁੱਠਦੇ ਨੇ ਤੇ ਅਟਲ ਪਦਵੀ ਦਿੰਦੇ ਨੇ, ਉਹਨੂੰ ਜਨ ਪਦਵੀ ਦਿੰਦੇ ਨੇ, ਉੱਥੇ ਮੌਤ ਨਹੀਂ ਹੁੰਦੀ, ਮੌਤ ਨੇੜੇ ਨਹੀਂ ਆ ਸਕਦੀ। ਫਿਰ ਹਾਂ ਸਰੀਰ ਹੈ, ਸਰੀਰ ਬਿਨੇ ਸੇ ਗਜਾਏਗਾ। ਇਸ ਕਰਕੇ ਸਾਨੂੰ ਇਹ ਸਮਝਾਉਂਦੇ ਨੇ। ਇੱਕ ਵਾਰ ਕਿਹਾ ਨਾ ਕਿ ਦੁਨੀਆ ਦੇ ਵੱਡੇ ਤੋਂ ਵੱਡੇ ਗਿਆਨੀ ਤੇ ਤਪਸਵੀ ਵੀ ਪਰਮਾਤਮਾ ਦਾ ਭੇਤ ਨਹੀਂ ਪਾ ਪਾਏ ਨਾ, ਭਾਵੇਂ ਸਨਕ ਸਨੰਦਨ ਸਨਾਤਨ ਕੁਮਾਰ ਕਿਉਂ ਵੀ ਨਾ ਹੋਵਣ, ਆਪਣੇ ਆਪ ਦੇ ਵਕਤ ਦੇ ਗਿਆਨੀ ਤੇ ਤਪਸਵੀ ਹੋਏ ਨੇ। ਹਨੂਮਾਨ ਵਰਗੇ ਵੀ, ਇੱਥੋਂ ਤੱਕ ਕਮਲਾ ਵੀ ਕਮਲਾਪਤੀ ਨੂੰ ਨਹੀਂ ਜਾਣ ਪਾਈ, ਪਰ ਸੰਤ ਸੰਗਤ ਰਾਮ ਹਿਰਦੇ ਬਸਾਈ। ਸੰਤ ਦੀ ਸੰਗਤ 'ਚ ਰਾਮ ਹਿਰਦੇ 'ਚ ਵਸ ਜਾਂਦਾ ਹੈ। ਕਹਿਣ ਲੱਗੇ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ, ਭਗਤਾਂ ਨੂੰ ਫਿਰ ਪਾਤਸ਼ਾਹੀਆਂ ਦਿੰਦਾ ਹੈ। ਹੁਣ ਅਸੀਂ ਕਹਾਂਗੇ ਲੈ ਭਗਤ ਤੇ ਪਾਤਸ਼ਾਹ ਨਹੀਂ ਹੁੰਦੇ, ਪਰ ਜਦੋਂ ਇਤਿਹਾਸ ਦਾ ਤੇ ਭਗਤੀ ਦਰਸ਼ਨ ਦਾ ਗਹਿਰਾ ਮੁਤਾਲਿਆ ਕਰਾਂਗੇ ਤੇ ਪਤਾ ਲੱਗੇਗਾ ਬਾਦਸ਼ਾਹ ਭਗਤਾਂ ਦੇ ਕਦਮਾਂ 'ਚ ਬੈਠਦਾ ਹੈ। ਅਤੇ ਸੁਭਾਵਕ ਹੀ ਜੋ ਥੱਲੇ ਬੈਠਾ ਹੋਏਗਾ ਉਹ ਨੀਵਾਂ ਤੇ ਜੋ ਉੱਚਾ ਬੈਠਾ ਹੋਏਗਾ ਵੱਡਾ ਹੈ ਨਾ। ਬੜੇ ਇਤਿਹਾਸ ਰੰਗ ਦੇਖੇ ਹੋਣਗੇ। ਅਕਬਰ ਤੀਸਰੇ ਪਾਤਸ਼ਾਹ ਸਾਹਿਬ ਜੀ ਨੂੰ ਮਿਲਣ ਆਉਂਦਾ ਹੈ ਅਤੇ ਕਿੱਥੇ ਬੈਠਦਾ? ਕਿ ਮਹਾਰਾਜ ਕੋਈ ਸਿੰਘਾਸਨ ਲਗਾ ਕੇ ਬਿਠਾਉਂਦੇ ਨੇ? ਨਹੀਂ, ਜਿੱਥੇ ਦਰੀਆਂ ਤੇ ਬਾਕੀ ਸੇਵਕ ਬੈਠੇ ਉੱਥੇ ਬਹਿ ਜਾ। ਮਹਾਰਾਜ ਤੇ ਆਸਣ 'ਤੇ ਨਹੀਂ, ਉਹ ਦਰੀ 'ਤੇ ਬੈਠਾ ਹੋਇਆ। ਸ਼ਾਹਜਹਾਨ ਵਰਗਾ ਬਾਦਸ਼ਾਹ ਵੀ ਜਦੋਂ ਸਾਈਂ ਮੀਆਂ ਮੀਰ ਨੂੰ ਮਿਲਣ ਜਾਂਦਾ ਸੀ ਤੇ ਬੋਰੀ 'ਤੇ ਬੈਠਦਾ ਹੁੰਦਾ ਸੀ। ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਜਦੋਂ ਸੰਤਾਂ ਨੂੰ ਭਗਤਾਂ ਨੂੰ ਮਿਲਣ ਜਾਂਦੇ ਨੇ ਤਾਂ ਜ਼ਮੀਨਾਂ 'ਤੇ ਬੈਠਦੇ ਨੇ। ਇਹਦਾ ਮਤਲਬ ਵੀ ਭਗਤਾਂ ਦਾ ਰੁਤਬਾ ਬਾਦਸ਼ਾਹੀ ਤੋਂ ਉੱਚਾ ਹੋ ਗਿਆ ਨਾ, ਕਿਉਂਕਿ ਦੁਨੀਆ ਦੇ ਲੋਕ ਬਾਦਸ਼ਾਹਾਂ ਦੇ ਸਾਹਮਣੇ ਖਲੋ ਨਹੀਂ ਸਕਦੇ, ਸਿਰ ਨੀਵਾਂ ਕਰਕੇ ਖੜੇ ਰਹਿੰਦੇ ਨੇ, ਪਰ ਉਹ ਬਾਦਸ਼ਾਹ ਭਗਤਾਂ ਦੇ ਅੱਗੇ ਸਿਰ ਨੀਵਾਂ ਕਰਕੇ ਜ਼ਮੀਨ 'ਤੇ ਬੈਠਦੇ ਨੇ। ਔਰ ਸਾਡੇ ਘਰ 'ਤੇ ਮਹਾਰਾਜ ਨੇ ਬਹੁਤ ਹੀ ਬਰਕਤ ਪਾ ਦਿੱਤੀ, ਆਪਣੇ ਆਪ ਨੂੰ ਪਾਤਸ਼ਾਹੀਆਂ ਦਾ ਰੁਤਬਾ ਹੀ ਦਿਖਾ ਦਿੱਤਾ। ਆਗਰੇ ਵਿੱਚ ਕਦੇ ਜਾਣ ਦਾ ਵਕਤ ਮਿਲੇ, ਹਾਲਾਂਕਿ ਹੁਣ ਜਗ੍ਹਾ ਪ੍ਰਗਟ ਹੋਈ ਹੈ। ਸਾਖੀ 'ਤੇ ਅਸੀਂ ਪੜ੍ਹਦੇ ਸੁਣਦੇ ਸਾਂ ਕਿ ਇੱਕ ਘਾਈ ਨੇ ਗਲਤੀ ਦੇ ਨਾਲ ਜਹਾਂਗੀਰ ਦੇ ਖੇਮੇ 'ਚ ਆਪਣੀ ਪੰਡ ਰੱਖ ਕੇ ਮੱਥਾ ਟੇਕ ਦਿੱਤਾ ਸੀ, ਅਤੇ ਇੱਕ ਟਕਾ ਰੱਖ ਕੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ। ਅਤੇ ਜਹਾਂਗੀਰ ਨੂੰ ਪਤਾ ਲੱਗਾ ਉਹਦੇ ਬੋਲ ਚਾਲ ਤੋਂ, ਅੰਦਾਜ਼ ਤੋਂ ਵੀ ਇਹ ਮੈਨੂੰ ਮਿਲਣ ਨਹੀਂ ਆਇਆ, ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਆਇਆ। ਉਸ ਵਕਤ ਤੱਕ ਜਹਾਂਗੀਰ ਦਾ ਮਨ ਬਦਲ ਚੁੱਕਾ ਸੀ ਮਹਾਰਾਜ ਦੀ ਸੰਗਤ ਕਰਕੇ, ਜਾਂ ਦੁਨਿਆਵੀ ਲਾਲਚ ਕਹਿ ਲਿਓ, ਜਾਂ ਹਮਾਰੀ ਸੰਗਤ। ਮਹਾਰਾਜ ਬਾਦਸ਼ਾਹ ਦਾ ਮਨ ਵੀ ਬਦਲਿਆ ਹੋਇਆ ਸੀ। ਕਹਿਣ ਲੱਗਾ ਭਾਈ ਜਿਸਨੂੰ ਤੂੰ ਮਿਲਣ ਆਇਆ ਉਹ ਮੈਂ ਨਹੀਂ ਹਾਂ, ਪਰ ਇੱਕ ਗੱਲ ਦੱਸ, ਮੈਂ ਤੈਨੂੰ ਰਾਜ ਦੇ ਸਕਦਾ, ਪਿੰਡਾਂ ਦੀ ਜਾਇਦਾਦ ਜ਼ਗੀਰ ਕਹੇ ਉਹ ਦੇ ਦਿਆਂ, ਆਪਣੇ ਅੱਧਾ ਰਾਜ ਮੈਂ ਦੇ ਦਿਆਂ, ਮੈਂ ਕਹਾਂ ਤੇ ਪੂਰਾ ਰਾਜ ਵੀ ਸਨਦ ਤੇਰੇ ਨਾਂ 'ਤੇ ਲਿਖ ਸਕਦਾ, ਇਹ ਮੈਨੂੰ ਹੱਕ ਹੈ। ਪਰ ਆਹ ਜੋ ਗੱਲ ਕਿ ਨਾ ਜਨਮ ਮਰਨ ਕੱਟ ਦਿਓ, ਇਹ ਕੀ ਹੁੰਦਾ? ਇਹ ਨਹੀਂ ਮੈਂ ਕਰ ਸਕਦਾ। ਅਤੇ ਉਹ ਸੇਵਕ ਨੇ ਆਪਣਾ ਟਕਾ ਵੀ ਚੁੱਕ ਲਿਆ ਅਤੇ ਬਾਹਰੋਂ ਜਾ ਕੇ ਘਾਹ ਦੀ ਪੰਡ ਵੀ ਸਿਰ 'ਤੇ ਚਾ ਲਈ। ਕਹਿਣ ਲੱਗਾ ਫਿਰ ਮੈਂ ਚੱਲਿਆ ਉੱਥੇ ਹੀ ਜਿੱਥੇ ਜਨਮ ਮਰਨ ਕੱਟੇ ਜਾਂਦੇ ਨੇ। ਕਹਿਣ ਲੱਗਾ ਭਾਈ ਗੱਲ ਤਾਂ ਮੇਰੀ ਸੁਣ ਜਾ, ਤੁਸੀਂ ਉਹਨੂੰ ਸੱਚਾ ਪਾਤਸ਼ਾਹ ਕਹਿੰਦੇ ਹੋ, ਕਿ ਤੁਹਾਨੂੰ ਵੀ ਕਿਹਾ ਗਿਆ ਵੀ ਗੁਰੂ ਹਰਗੋਬਿੰਦ ਨੂੰ ਸੱਚਾ ਪਾਤਸ਼ਾਹ ਕਹੋ, ਜਿਵੇਂ ਸਾਡੇ ਬਾਦਸ਼ਾਹ 'ਚ ਫੁਰਮਾਨ ਜਾਰੀ ਹੁੰਦੇ ਨੇ, ਇਹਨੂੰ ਜਹਾਂ ਪਨਾਹ ਕਹਿਣਾ ਹੈ, ਜਿਸ ਨੂੰ ਆਹ ਸ਼ਬਦ ਲਾਉਣਾ ਹੈ। ਬਾਦਸ਼ਾਹੀ ਫੁਰਮਾਨ ਜਾਰੀ ਹੁੰਦੇ ਨਾ ਵੀ ਆਹ ਲਕਬ, ਆਹ ਸਰਨੇਮ ਅੱਜ ਤੋਂ ਇਹਦੇ ਨਾਲ ਜੋੜਿਆ ਜਾਏਗਾ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਨੂੰ ਤਾਂ ਕਹਿਣਾ ਪੈਂਦਾ ਹੈ ਕਿ ਇਹਨੂੰ ਬਾਦਸ਼ਾਹ ਕਹੋ, ਜਹਾਂ ਪਨਾਹ ਕਹੋ, ਪਰ ਜੋ ਹੈ ਹੀ ਸੱਚਾ ਉਹਨੂੰ ਸੱਚਾ ਹੀ ਕਹਾਂਗੇ ਨਾ, ਉਹ ਤਾਂ ਸੱਚਾ ਹੀ ਆ, ਅਤੇ ਹੈ ਹੀ ਪਾਤਸ਼ਾਹ। ਸ਼ਾਇਦ ਇਸੇ ਕਰਕੇ ਸਾਡੇ ਵਡੇਰਿਆਂ ਨੇ ਸ਼ਬਦਾਵਲੀ ਦੇ ਇੱਕ ਨਿੱਕੇ ਜਿਹੇ ਭੇਤ ਪਾ ਦਿੱਤੇ ਨੇ। ਠੀਕ ਹੈ, ਭਾਸ਼ਾ ਵਿਗਿਆਨੀ ਨੂੰ ਉਸਨੂੰ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਤਾਂ ਉਹਨਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਹੈ,
ਸਾਡੇ 'ਚ ਇੱਕ ਹੈ ਨਾ ਆਮ ਧਾਰਮਿਕ ਸ਼ਬਦਾਵਲੀ 'ਚ ਅਸੀਂ ਕਹਾਂਗੇ ਬਾਦਸ਼ਾਹ ਔਰੰਗਜ਼ੇਬ, ਬਾਦਸ਼ਾਹ ਅਕਬਰ, ਪਰ ਜਦੋਂ ਗੁਰੂ ਪਾਤਸ਼ਾਹ ਲਿਖੇ ਇਹ ਪਾਤਸ਼ਾਹ ਹੈ, ਉਹ ਬਾਦਸ਼ਾਹ ਹੈ। ਸ਼ਾਸਤਰੀ ਵਿਗਿਆਨੀਆਂ ਵਾਸਤੇ ਦੋਨਾਂ ਦਾ ਸ਼ਬਦ ਭੇਦ ਬਰਾਬਰ ਹੈ। ਉਹ ਕਹਿਣਗੇ ਠੀਕ ਹੈ ਜੀ, ਦੇਖੋ ਭਾਸ਼ਾ ਵਿਗਿਆਨ ਕਰਕੇ ਥੋੜ੍ਹਾ ਬਹੁਤਾ ਫਰਕ ਪਿਆ, ਪਰ ਅਸੀਂ ਕਹਿੰਦੇ ਨਹੀਂ, ਕੇਵਲ ਭਾਸ਼ਾ ਵਿਗਿਆਨ ਕਰਕੇ ਨਹੀਂ ਫਰਕ ਪਿਆ, ਉਹਦੇ ਨੀਅਤ ਕਰਕੇ ਫਰਕ ਪਿਆ। ਉਹ ਬਦੀ 'ਤੇ ਖੜ੍ਹਾ ਤਾਂ ਬਾਦਸ਼ਾਹੀ ਪ੍ਰਾਪਤ ਕਰਦਾ, ਅਤੇ ਸਾਡਾ ਪੱਤ ਰੱਖਦਾ ਤਾਂ ਪਾਤਸ਼ਾਹੀ 'ਤੇ ਖੜ੍ਹਾ ਹੈ। ਇਹ ਆਪਣਿਆਂ ਦੀ ਪੱਤ ਰੱਖਦਾ, ਆਪਣਿਆਂ ਦੇ ਸਿਰ 'ਤੇ ਹੱਥ ਰੱਖਦਾ। ਅਸੀਂ ਅੱਜ ਵੀ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਪੱਤ ਰੱਖ ਲੈਣਾ, ਢੱਕਣ ਕੋ ਪੱਤ ਮੇਰੀ। ਸਾਨੂੰ ਅਸੀਂ ਪੜ੍ਹਦੇ ਮਹਾਰਾਜ, ਸਾਨੂੰ ਸਿਰਪਾ ਮਿਲਦੇ ਨੇ, ਵੱਡਿਆਂ ਨੂੰ ਮਿਲੇ ਨੇ, ਅਤੇ ਮੈਨੂੰ ਵੀ ਦਿਓ। ਤੁਸੀਂ ਜਿਸ ਨੂੰ ਬਖਸ਼ਿਸ਼ ਕਰਦੇ ਹੋ, ਅਸੀਂ ਪੜ੍ਹਦੇ ਦਾਨਾ ਬੀਨਾ ਸਾਈਂ ਮਹਿੰਡਾ ਸਾਰ ਨਾ ਜਾਣਾ ਤੇਰੀ, ਪ੍ਰੇਮ ਪਟੋਲਾ ਮੈਂ ਕੋ ਦਿੱਤਾ, ਢੱਕਣ ਕੂ ਪੱਤ ਮੇਰੀ। ਅੱਜ ਬਖਸ਼ਿਸ਼ ਦਿੰਦੇ ਹੋ, ਕਿਉਂ ਦਿੰਦੇ ਹੋ? ਕਿਹਨੂੰ ਮਿਲਦੀ ਹੈ? ਢੱਕਣ ਕੂ ਪੱਤ। ਜਿਹਦੇ ਸਿਰ 'ਤੇ ਤੁਹਾਡਾ ਹੱਥ ਆ ਜਾਂਦਾ ਹੈ, ਉਹਦੀ ਕੋਈ ਫਿਰ ਬੇਪਤੀ ਨਹੀਂ ਕਰ ਸਕਦਾ। ਤੁਸੀਂ ਪਾਤਸ਼ਾਹ ਜੋ ਹੋਏ, ਰਹਿਮਤਾਂ ਦੇ ਦਾਤੇ ਜੋ ਹੋਏ, ਇਹ ਪਾਤਸ਼ਾਹੀ ਯਾਦ ਰੱਖਣਾ। ਇੱਥੇ ਮਹਾਰਾਜ ਨੇ ਬਾਦਸ਼ਾਹੀ ਸ਼ਬਦ ਨਹੀਂ ਵਰਤਿਆ, ਕਿਉਂਕਿ ਬਾਦਸ਼ਾਹੀ ਵਿੱਚ ਕਲੇਸ਼ ਹੈ, ਬਾਦਸ਼ਾਹੀ ਵਿੱਚ ਝਗੜਾ ਹੈ, ਬਾਦਸ਼ਾਹੀਆਂ ਵਿੱਚ ਦੁੱਖ ਹੈ, ਪਰ ਪਾਤਸ਼ਾਹੀ 'ਚ ਆਨੰਦ ਹੈ। ਪਾਤਸ਼ਾਹੀ ਇੱਜ਼ਤਾਂ ਢੱਕਦੀ ਹੈ, ਪਾਤਸ਼ਾਹੀ ਪਿਆਰ ਵੰਡਦੀ ਹੈ। ਉਹ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ। ਉਹ ਪਾਤਸ਼ਾਹੀਆਂ ਮਿਲੀਆਂ ਨੇ ਭਗਤ ਜਨਾਂ ਨੂੰ, ਰਾਜ ਉਹ ਮਿਲੇ ਨੇ। ਰਾਜ ਭਗਤ ਵੀ ਕੀ ਕਹਿੰਦੇ? ਰਾਜ ਲੈਣਾ ਸੱਚਖੰਡ ਦਾ, ਅਸਾਂ ਰਾਜ ਤੇਰਾ ਲੈਣਾ ਹੈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ। ਆਪਣੇ ਭਗਤਾਂ ਨੂੰ ਇਹ ਪਾਤਸ਼ਾਹੀਆਂ ਦਿੱਤੀਆਂ ਨੇ। ਸਿਰ ਛੱਤ, ਅਤੇ ਭਗਤਾਂ ਦੇ ਸਿਰ 'ਤੇ ਜੋ ਛਤਰ ਹੈ ਨਾ, ਸੱਚਾ ਹਰ ਬਣਾਏ। ਇਹ ਭਗਤਾਂ ਦੇ ਸਿਰ 'ਤੇ ਜੋ ਛਤਰ ਝੂਲਦੇ ਨਾ, ਇਹ ਬਾਦਸ਼ਾਹੀਆਂ ਵਾਲੇ ਛਤਰ ਨਹੀਂ ਗੇ ਵੀ ਕੋਈ ਅੱਜ ਖੋਹ ਕੇ ਲੈ ਗਿਆ ਅਤੇ ਫਿਰ ਲੜਾਂਗੇ ਝਗੜਾਂਗੇ, ਨਹੀਂ। ਇਹ ਸਦੀ ਵੀ ਛਤਰ ਨੇ। ਚੰਵਰ ਛਤਰ ਆਪਾਂ ਕਹਿੰਦੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਕੀ ਚੰਵਰ ਤਖਤ ਛਤਰ ਦੇ ਮਾਲਕ ਨੇ, ਕਿਉਂਕਿ ਇਹ ਛਤਰ ਜੋ ਸਾਹਿਬ 'ਤੇ ਝੂਲਦਾ ਏ, ਇਹ ਸੱਚ ਦਾ ਛਤਰ ਹੈ। ਅਸੀਂ ਅੱਗੇ ਜਾ ਕੇ ਪੜ੍ਹਿਆ ਹੋਣਾ, ਸਤਿਗੁਰ ਖੇਮਾ ਤਾਣਿਆ ਜੁਗਜੂਤ ਸਮਾਣੇ। ਸਤਿਗੁਰ ਦਾ ਜੋ ਛਤਰ ਹੈ, ਉਹ ਚੌਂ ਜੁਗਾਂ ਚੌਂ ਕੁੰਟਾਂ 'ਚ ਬੱਝਾ ਹੋਇਆ, ਇਹ ਨਾ ਕਦੇ ਡੋਲਦਾ। ਇਹ ਸੱਚਾ ਛੱਤ ਹੈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ, ਸਿਰ ਛੱਤ ਸੱਚਾ ਹਰ ਬਣਾਏ। ਫਿਰ ਕਹਿਣ ਲੱਗੇ ਸਦਾ ਸੁਖੀਏ ਨਿਰਮਲੇ। ਭਗਤ ਜਨ ਸਦਾ ਸੁਖੀ ਰਹਿੰਦੇ ਨੇ। ਭਗਤਾਂ ਦੀ ਪਹਿਚਾਣ ਇਹ ਹੈ ਕਿ ਕੋਈ ਭਗਤਾਂ ਨੂੰ ਦੁਖੀ ਨਹੀਂ ਕਰ ਪਾਇਆ। ਸਾਡੇ ਤੁਹਾਡੇ ਜੀਵਤ ਮਨੁੱਖ ਦੀ ਪਹਿਚਾਣ ਕੀ ਹੈ ਕਿ ਅਸੀਂ ਦੁਖੀ ਹੋ ਜਾਂਦੇ ਹਾਂ। ਅਸੀਂ ਬੜੀ ਛੇਤੀ ਵੇਖਿਆ ਹੋਣਾ, ਆਪਾਂ ਕਲਪ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਪਰ ਭਗਤ ਨੂੰ ਕੋਈ ਦੁਖੀ ਨਹੀਂ ਕਰ ਪਾਉਂਦਾ। ਭਗਤੀ ਦਾ ਪੈਮਾਨਾ ਹੀ ਇਹ ਸ਼ਾਇਦ ਇਹ ਹੈ ਵੀ ਜੋ ਕਦੇ ਦੁਖੀ ਨਾ ਹੋਵੇ। ਭਗਤੀ ਬਸ ਆਪਣੇ 'ਤੇ ਪੈਮਾਨਾ ਕਦੇ ਲਗਾ ਕੇ ਦੇਖਣਾ ਹੋਵੇ ਨਾ, ਕੋਈ ਪੈਰਾਮੀਟਰ ਵੀ ਕਿਹੋ ਜਿਹਾ ਭਗਤੀ ਦਾ ਪੈਰਾਮੀਟਰ ਹੈ। ਭਗਤੀ ਦਾ ਪੈਰਾਮੀਟਰ ਪੈਮਾਨਾ ਇਹ ਹੈ ਕਿ ਦੁਖੀ ਨਹੀਂ ਹੋਵੇ। ਹੁਣ ਕੀ ਆਲੇ ਦੁਆਲੇ ਫਿਰ ਕਹਾਂਗੇ ਦੁਖੀ ਨਾ ਹੋਵੇ, ਦੇਖੋ ਜੀ ਠੰਡੀ ਹਵਾ ਹੋਵੇ, ਹਰ ਵਕਤ ਨਿੱਘ ਹੋਵੇ, ਨਹੀਂ ਨਹੀਂ। ਭਗਤੀ ਵਾਸਤੇ ਆਲੇ ਦੁਆਲੇ ਦੁੱਖਾਂ ਦੀ ਇੰਤਹਾ ਹੁੰਦੀ ਹੈ, ਪਰ ਬਾਵਜੂਦ ਇਸ 'ਤੇ ਉਹ ਦੁਖੀ ਨਹੀਂ ਹੁੰਦਾ। ਅੱਗੇ ਜਾ ਕੇ ਸਿੱਖ ਬਚਨ ਪੜ੍ਹਨਾ ਹੈ, ਪਿਛਲੇ ਦਿਨਾਂ 'ਚ ਸਾਨੂੰ ਮਿਲਿਆ ਵੀ ਬਚਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਤੇ ਹੋਵੇ। ਧਰਮ ਖੇਤਰ ਵਿੱਚ ਇੱਕ ਨਿਯਮ ਵਰਤਦਾ ਹੈ ਜੋ ਆਦਰਸ਼ ਹੈ। ਅਸੀਂ ਤੁਸੀਂ ਸਧਾਰਨ ਜਿਹੇ ਜੀ ਜਿਹੜੇ ਆ ਨਾ, ਸੰਗਤ ਵਿੱਚ ਆ ਕੇ ਗੁਰੂ ਕੀ ਸੰਗਤ ਕਹਿੰਦੇ ਮਹਾਰਾਜ ਸੁੱਖ ਦਿਓ ਸੁੱਖ ਦਿਓ, ਪਰ ਧਰਮ ਖੇਤਰ ਦੇ ਵਿੱਚ ਪ੍ਰਵੇਸ਼ ਜਿਹੜਾ ਹੈ, ਉੱਥੇ ਦੁਨੀਆ ਦੇ ਸੁੱਖ ਦੀ ਗਾਰੰਟੀ ਨਹੀਂ ਹੈ। ਔਰ ਐਸਾ ਹੈ, ਜਿਨ੍ਹਾਂ ਨੂੰ ਅਸੀਂ ਅਵਤਾਰੀ ਪੁਰਖ ਕਹਿ ਰਹੇ ਹਾਂ ਆਪਣੇ ਵੱਡੇ ਪੱਧਰ 'ਤੇ, ਉਹਨਾਂ ਦਾ ਜੀਵਨ ਪੜ੍ਹ ਕੇ ਦੇਖ ਲੈਣਾ। ਉਹਨਾਂ ਦੇ ਜੀਵਨ ਵਿੱਚ ਬਾਹਰਲੇ ਸਰਕਲ ਵਿੱਚ ਕਿਤੇ ਸੁੱਖ ਨਜ਼ਰ ਆਉਂਦਾ ਹੈ। ਪੁਰਾਣਿਆਂ ਤੋਂ ਪੁਰਾਣਿਆਂ 'ਚ ਜੋ ਤ੍ਰੇਤਾ ਦੀਆਂ ਗੱਲਾਂ ਕਰੀਏ ਅਤੇ ਰਾਮਚੰਦਰ ਦਾ ਜੀਵਨ ਪੜ੍ਹ ਕੇ ਦੇਖ ਲਓ, ਕਿਧਰੇ ਸੁੱਖ ਨਜ਼ਰ ਆਉਂਦਾ। ਜੰਗਲਾਂ 'ਚ ਤੁਰੇ ਫਿਰਦੇ ਨੇ, ਬਚਪਨ ਤੋਂ ਜੰਗਲਾਂ 'ਚ। ਦੁਨੀਆਵੀ ਤੌਰ 'ਤੇ ਕੋਈ ਪਿਤਾ ਨਹੀਂ ਕਹਿਤਾ ਜਾ ਜੰਗਲਾਂ 'ਚ ਬਨਵਾਸ। ਜੇ ਕ੍ਰਿਸ਼ਨ ਦਾ ਜੀਵਨ ਦੇਖਿਆ ਤਾਂ ਬਚਪਨ ਤੋਂ ਹੀ ਮਾਰਨ ਵਾਸਤੇ ਮਾਮਾ ਤੁਰਿਆ ਫਿਰਦਾ, ਕਦੇ ਕੋਈ ਰਾਕਸ਼ਸ ਕਦੇ ਕੋਈ ਰਾਕਸ਼ਸ।
ਸਾਰਾ ਉਮਰ ਇਹੀ ਕਲੇਸ਼ ਰਹੇ, ਮਾਰਨ ਵਾਸਤੇ ਤੁਰੇ ਫਿਰਦੇ ਰਹੇ ਲੋਕ। ਜੇ ਹੋਰ ਨੇੜੇ ਆ ਕੇ ਦੇਖੋ, ਈਸਾ ਮਸੀਹ ਦਾ ਜੀਵਨ 2000 ਸਾਲ ਪੁਰਾਣਾ ਹੈ, ਉੱਥੇ ਵੀ ਤਾਂ ਦੁੱਖ ਹੈ। ਮੁਹੰਮਦ ਸਾਹਿਬ ਦਾ ਜੀਵਨ ਪੜ੍ਹ ਕੇ ਦੇਖ ਲਓ, ਉੱਥੇ ਵੀ ਤਾਂ ਦੁੱਖ ਹੈ। ਆਪਣੇ ਘਰ ਆ ਕੇ ਦੇਖ ਲਓ, ਉੱਥੇ ਵੀ ਤਾਂ ਦੁੱਖ ਹੈ। ਪਰ ਕੀ ਇਹ ਦੁਖੀ ਹੋਏ ਨੇ? ਅਸੀਂ ਵੇਖੇ ਆ, ਭਾਵੇਂ ਉਹਨਾਂ ਦੇ ਬਾਬਤ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਕਿਉਂਕਿ ਉਹਨਾਂ 'ਤੇ ਰਾਜਤੀ ਪ੍ਰਭਾਵ ਜ਼ਿਆਦਾ ਹੈ, ਇਸ ਕਰਕੇ ਕਦੇ ਰੋਣਾ ਪਿਆ ਉਹਨਾਂ ਰੋਏ ਨੇ। ਕਿਉਂਕਿ ਜਿਉਂ-ਜਿਉਂ ਅਸੀਂ ਪਿੱਛੇ ਜਾਵਾਂਗੇ ਚੀਜ਼ਾਂ ਹਲਕੀਆਂ ਹੋ ਰਹੀਆਂ ਨੇ। ਅਤੇ ਅਸੀਂ ਪੜ੍ਹਿਆ ਰੋਵੇ ਰਾਮ ਨੇ ਕਾਲਾ ਪਿਆ, ਰੋਵੇ ਪਾਂਡਵ ਭੈ ਮਜੂਰ, ਸੁਣਿਆ। ਪਰ ਕਦੇ ਵੇਖਿਆ ਜੇ ਇਤਿਹਾਸ ਪੜ੍ਹਨ ਵਾਲੇ ਵਿਰੋਧੀਆਂ ਨੇ ਵੀ ਇਤਿਹਾਸ ਲਿਖਿਆ, ਜਿਹੜੇ ਦਸ਼ਮੇਸ਼ ਪਾਤਸ਼ਾਹ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਜੀ ਘਰ ਦੇ ਨਾਲ ਅਤਿਅੰਤ ਨਫ਼ਰਤ ਕਰਦੇ ਸਨ, ਉਹਨਾਂ ਵੀ ਲਿਖਿਆ। ਪਰ ਕੀ ਕਦੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਜੀ ਕੇ ਨਨਕਾਣਾ ਸਾਹਿਬ ਤੋਂ ਲੈ ਕੇ ਅੱਜ ਤੱਕ ਦੇ ਜੋ ਸਿੱਖੀ ਇਤਿਹਾਸ ਰਿਹਾ, ਇਹਦੇ 'ਚ ਕੋਈ ਰੋਇਆ? ਜਿਹੜੇ ਸਾਨੂੰ ਨਫ਼ਰਤ ਕਰਕੇ ਕੂਕਰ ਕਹਿੰਦੇ ਨੇ, ਸੱਗ ਇੱਕ ਫਾਰਸੀ ਦਾ ਸ਼ਬਦ ਹੈ, ਸੱਗ ਦਾ ਮਤਲਬ ਹੁੰਦਾ ਕੁੱਤਾ। ਜੋ ਸਾਨੂੰ ਬੰਦਾ ਵੀ ਨਹੀਂ ਕਹਿੰਦੇ, ਸਾਡੇ ਵਾਸਤੇ ਸੱਗ ਸ਼ਬਦ ਵਰਤੇ ਨੇ, ਉਹਨਾਂ ਨੂੰ ਵੀ ਕਹਿਣਾ ਪਿਆ ਵੀ ਬੜੇ ਹਠੀ ਹੁੰਦੇ ਨੇ, ਇਹ ਬੜੇ ਇਮਾਨਦਾਰ ਹੁੰਦੇ ਨੇ, ਇਹ ਬੜੇ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਇਹਨਾਂ 'ਚ ਚੋਰ ਕੋਈ ਨਹੀਂ ਗਾ, ਇਹਨਾਂ 'ਚ ਆਚਰਣਹੀਨ ਕੋਈ ਨਹੀਂ ਗਾ। ਕਹਿਣਾ ਪੈਂਦਾ ਉਹਨੂੰ ਪਈ, ਇਹਨਾਂ ਸਗਾਂ ਦੀ ਕੌਮ ਦੇ ਵਿੱਚ ਕੋਈ ਆਚਰਣਹੀਨ ਕੋਈ ਨਹੀਂ ਗਾ, ਕੋਈ ਚੋਰ ਨਹੀਂ ਗਾ। ਉਹਨੂੰ ਕਿ ਲਿਖਣਾ ਪੈਂਦਾ ਹੈ ਵੀ ਇਹਨਾਂ ਦੇ ਵਿੱਚ ਕੋਈ ਵੀ ਆਪਣੇ ਅੱਜ ਤੱਕ ਆਪਣੇ ਧਰਮ ਤੋਂ ਭ੍ਰਸ਼ਟ ਨਹੀਂ ਹੋਇਆ, ਭਾਵੇਂ ਉਹ ਨਫ਼ਰਤ ਕਰਦੇ ਨੇ ਅਤਿਅੰਤ ਸਾਡੇ ਨਾਲ। ਜਿਨ੍ਹਾਂ ਦਿਨਾਂ ਦੀ ਆਪਾਂ ਗਾਥਾ ਪੜ੍ਹ ਰਹੇ ਹਾਂ, ਜਿਉਂ-ਜਿਉਂ ਅਗਲੇ ਦਿਨ ਆਉਣੇ, ਕਦੇ ਕਲਪਨਾ ਕਰਨਾ। ਮਾਛੀਵਾੜੇ ਤੋਂ ਉਰਲੇ ਪਾਸੇ ਜਿੱਥੇ ਹੁਣ ਗੁਰਦੁਆਰਾ ਝਾੜ ਸਾਹਿਬ ਹੈ, ਨਹਿਰ ਦੇ ਕਿਨਾਰੇ 'ਤੇ, ਕਦੇ ਉਸ ਰਾਤ ਨੂੰ ਇਮੈਜਨ ਕਰਕੇ ਦੇਖਣਾ। ਯੱਖ ਸਰਦ ਰਾਤ ਹੈ ਅਤੇ ਇੱਕ ਪਿਤਾ ਜ਼ਮੀਨ 'ਤੇ ਰੇਤ 'ਤੇ, ਬਿਲਕੁਲ ਰੇਤ 'ਤੇ, ਰੇਤ ਦਾ ਬਿਸਤਰ ਵਿਛਾ ਕੇ ਇੱਕ ਪਿਤਾ ਸੁੱਤਾ ਪਿਆ। ਕਦੇ 2 ਦਿਨ ਪਹਿਲਾਂ ਉਹਦੇ ਕੋਈ ਸਾਰਾ ਪਰਿਵਾਰ ਸੀ, ਮਾਤਾ ਵੀ ਨਾਲ ਸੀ, ਪਤਨੀ ਬੱਚੇ ਸਭ ਨਾਲ ਨੇ। ਅੱਜ ਕੁਛ ਵੀ ਤੇ ਨਹੀਂ ਗਾ। ਉਸ ਵਕਤ ਦੀ ਮਨੋਦਸ਼ਾ, ਜਿਹਨੂੰ ਆਪਾਂ ਮਨੋਦਸ਼ਾ ਕਹਿੰਦੇ ਹਾਂ, ਉਸ ਵਕਤ ਦੀ ਮਨੋਦਸ਼ਾ ਕੈਸੀ ਹੋਏਗੀ? ਅਤੇ ਥੋੜ੍ਹਾ ਜਿਹਾ ਅਗਲੇ ਪੜਾਵ 'ਤੇ ਚਲੇ ਗਏ ਨੇ ਅਤੇ ਮਨੋਦਸ਼ਾ ਫਿਰ ਆਪਾਂ ਦੇਖੀ ਹੈ। ਫਿਰ ਉੱਥੇ ਕਹਿੰਦੇ ਕਿ ਮਿੱਤਰ ਪਿਆਰ ਨੂੰ ਹਾਲ ਮੁਰੀਦਾਂ ਦਾ ਕਹਿਣਾ। ਉੱਥੇ ਇਹ ਨਹੀਂ ਕਿਹਾ ਵੀ ਆਏ ਜਾ ਕੇ ਹਵਾ ਤੂੰ ਮੇਰਾ ਸੁਨੇਹਾ ਦੇ ਦੇ ਕਿ ਮੇਰਾ ਘਰ ਉਜੜ ਗਿਆ, ਮੇਰਾ ਪਰਿਵਾਰ ਉਜੜ ਗਿਆ, ਕਹਿਣ ਲੱਗੇ ਨਾ, ਇਸ ਦੀ ਕੋਈ ਗੱਲ ਹੀ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ। ਨਾਗ ਨੇ ਤੇਰੇ ਤੋਂ ਬਿਨਾਂ ਅਗਰ ਸਾਥ ਤੇਰਾ ਵਿਛੜ ਜਾਂਦਾ ਅਤੇ ਫਿਰ ਨਾਗਾਂ ਦਾ ਸਾਥ ਸੀ, ਦੁੱਖਾਂ ਦਾ ਸਾਥ ਸੀ, ਪਰ ਤੇਰਾ ਨਾਥ ਤੇ ਗੱਲ ਹੀ ਕੋਈ ਨਹੀਂ। ਬਹੁਤ ਅੱਗੇ ਜਾ ਕੇ ਇੱਕ ਵਾਰ ਡੱਲੇ ਨੇ ਕਿਹਾ ਸੀ, ਮਹਾਰਾਜ ਜੇ ਕਿਤੇ ਮੈਂ ਅਤੇ ਮੇਰੇ ਸਿਪਾਹੀ ਅਨੰਦਪੁਰ ਸਾਹਿਬ ਦੇ ਦਰਮਿਆਨ ਅਤੇ ਜਾਂ ਚਮਕੌਰ ਸਾਹਿਬ ਦੇ ਦਰਮਿਆਨ ਅਸੀਂ ਨਾਲ ਹੁੰਦੇ ਅਤੇ ਫਿਰ ਆਹ ਦਿਨ ਨਾ ਦੇਖਣੇ ਪੈਂਦੇ। ਅਤੇ ਮਹਾਰਾਜ ਨੇ ਕਿਹਾ ਸੀ, ਨਹੀਂ ਡੱਲਿਆ, ਇੱਥੇ ਦੁਨੀਆ ਦੇ ਕਈ ਡੱਲੇ ਮੱਲੇ ਆਉਣਗੇ, ਪਰ ਗੋਬਿੰਦ ਸਿੰਘ ਅਕਾਲਾ ਨਹੀਂ, ਸ਼ਾਇਦ ਆਪ ਨੂੰ ਯਾਦ ਹੋਵੇ, ਉਹੀ ਡੱਲਾ ਜਦੋਂ ਮਹਾਰਾਜ ਦੱਖਣ ਨੂੰ ਤੁਰੇ ਨਾ, ਅਤੇ ਇਹ ਚੋਰੀ ਹੌਲੀ ਹੌਲੀ ਸਭ ਖਿਸਕ ਗਏ ਸਨ। ਅਨੰਦਪੁਰ ਸਾਹਿਬ ਤੋਂ ਤੁਰਨ ਵਾਲੇ ਮਹਾਰਾਜ ਜਦੋਂ ਦਮਦਮਾ ਸਾਹਿਬ ਤੋਂ ਵੀ ਦੱਖਣ ਨੂੰ ਤੁਰੇ ਨੇ, ਅਤੇ ਦੂਜੇ ਤੀਜੇ ਪੜਾਵ 'ਤੇ ਜਾ ਕੇ ਬਹੁਤੇ ਜੀ ਸਾਥ ਫਿਰ ਛੱਡ ਗਏ ਸਨ। ਇੱਕ ਵਾਰੀ ਅਸੀਂ ਇਤਿਹਾਸ ਦੀ ਬਾਰੀਕ ਵਰਕਿਆਂ ਤੋਂ ਵਾਕਫ ਨਹੀਂ ਗਏ। ਜਦੋਂ ਮਹਾਰਾਜ ਦੱਖਣ ਨੂੰ ਤੁਰੇ ਨੇ ਤਾਂ ਬਹੁਤੇ ਚੌਧਰੀ ਫਿਰ ਇੱਕ ਵਾਰ ਸਾਥ ਛੱਡ ਗਏ ਸਨ। ਮਹਾਰਾਜ ਨੇ ਇੱਕ ਦਿਨ ਸਵੇਰੇ ਸਵੇਰੇ ਉੱਠਣ ਦੇ ਵਕਤ ਅੰਮ੍ਰਿਤ ਵੇਲੇ ਤੋਂ ਪਹਿਲਾਂ ਤੀਸਰੇ ਪਹਿਰੀ ਆਵਾਜ਼ ਦਿੱਤੀ ਡੱਲੇ ਨੂੰ, ਡੱਲਿਆ ਤੇ ਹੈ ਹੀ ਨਹੀਂ, ਹੋਵੇ ਤੇ ਆਵਾਜ਼ ਦੇਵੇ ਨਾ। ਅਤੇ ਬਾਹਰੋਂ ਇੱਕ ਫਕੀਰ ਮਹਾਰਾਜ ਦੇ ਉਸ ਨਾਲ ਚੱਲਦਾ ਸੀ। ਮਹਾਰਾਜ ਨੇ ਫਿਰ ਆਵਾਜ਼ ਦਿੱਤੀ, ਭਾਈ ਡੱਲਿਆ ਹੈ ਨਹੀਂ ਕੋਈ ਨਾਲ। ਆਵਾਜ਼ ਕਿ ਨਾ ਡੱਲਾ ਨਾ ਮੱਲਾ। ਬਾਹਰੋਂ ਫਕੀਰ ਬੋਲਦਾ ਪਿਆ, ਉਹਨੇ ਆਪਣੇ ਢੰਗ ਦੱਸਿਆ ਵੀ ਡੱਲਾ ਮੱਲਾ ਚਲੇ ਗਏ, ਕਿਉਂਕਿ ਉਹਨੇ ਜਾਂਦੇ ਵੇਖੇ ਸੀ, ਖਿਸਕੰਤ ਹੁੰਦੇ ਦੇਖੇ ਸੀ। ਉਹਨੇ ਆਵਾਜ਼ ਦਿੱਤੀ, ਮਹਾਰਾਜ ਨਾ ਡੱਲਾ ਨਾ ਮੱਲਾ। ਗੋਬਿੰਦ ਸਿੰਘ ਇਕੱਲਾ, ਇਕੱਲੇ ਰਹਿ ਗਏ। ਫਿਰ ਇੱਕ ਵਾਰ ਸਭ ਸਾਥ ਛੱਡ ਗਏ ਨੇ, ਅਤੇ ਗੋਬਿੰਦ ਸਿੰਘ ਨੇ ਕਿਹਾ ਸੀ, ਨਹੀਂ ਨਾ ਡੱਲਾ ਨਾ ਮੱਲਾ, ਗੋਬਿੰਦ ਸਿੰਘ ਦਾ ਨਾਲ ਹੈ ਅੱਲਾ, ਮੇਰੇ ਨਾਲ ਸਦਾ ਮੇਰਾ ਪਰਮਾਤਮਾ ਖੁਦਾ ਮੇਰੇ ਨਾਲ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਐਸੇ ਭਗਤ ਜਨ ਜਿਹੜੇ ਪ੍ਰਭੂ ਦੇ ਪਿਆਰ 'ਚ ਟਿਕ ਜਾਂਦੇ ਨੇ ਸੁਖੀ ਹੁੰਦੇ ਨੇ। ਦੁੱਖ ਨਾਮ ਦੀ ਚੀਜ਼ ਉਹਨਾਂ ਦੇ ਕੋਲੋਂ ਨਹੀਂ ਹੁੰਦੀ।
ਅੱਜ ਤੱਕ ਫਿਰ ਦੇ ਕਹਦਿਆਂ ਭਗਤਾਂ ਨੂੰ ਸੰਸਾਰ ਨੇ ਦੁਖੀ ਕਰਨ ਦਾ ਯਤਨ ਕੀਤਾ, ਪਰ ਭਗਤ ਨੂੰ ਦੁਖੀ ਨਹੀਂ ਕਰ ਪਾਏ। ਚਲੋ ਗੁਰੂ ਕੀ ਕਹਾਣੀਆਂ ਤੇ ਬਾਤਾਂ ਬਹੁਤ ਵੱਡੀਆਂ ਕਹਿ ਲਈਏ। ਆ ਪ੍ਰਹਲਾਦ ਦਾ ਆਪਾਂ ਰੋਜ਼ਾਨਾ ਜ਼ਿਕਰ ਸਾਨੂੰ ਸਤਿਗੁਰੂ ਪੜ੍ਹਾਉਂਦੇ ਨੇ। ਪਤਾ ਕਿਉਂ? ਸਾਹਮਣੇ ਤਪਦਾ ਹੋਇਆ ਥੰਮ ਹੈ, ਇੱਕ ਪਾਸੇ ਪਿਤਾ ਨੰਗੀ ਤਲਵਾਰ ਲੈ ਕੇ ਖੜਾ ਹੋਇਆ। ਜੇ ਥੰਮ ਨੂੰ ਹੱਥ ਲਾਉਂਦਾ ਤੇ ਤਦ ਵੀ ਮਰਦਾ ਹੈ, ਤੇ ਜੇ ਇਧਰ ਨੂੰ ਮੂੰਹ ਕਰਦਾ ਤੇ ਤਦ ਵੀ ਮਰਦਾ, ਕਿਉਂਕਿ ਪਿਤਾ ਕਾਗ ਖੜਗ ਕੋਪਿਓ ਰਿਸਾਏ। ਇਹ ਪੜ੍ਹਿਆ ਨਾ ਮਾਵਨ, ਕਾਢ ਖੜਗ ਕੋਪਿਓ। ਉਹਨੇ ਤਲਵਾਰ ਕੱਢ ਲਈ ਤੇ ਗੁੱਸਾ ਕੀਤਾ। ਹੁਣ ਉਸ ਵਕਤ ਕੀ ਪ੍ਰਹਲਾਦ ਨੂੰ ਦੁਖੀ ਕਰ ਪਾਏ ਨੇ? ਅੱਜ ਤੱਕ ਦਾ ਸਿਆਣੇ ਮੰਨਦੇ ਨਹੀਂ, ਪ੍ਰਹਲਾਦ ਨੂੰ ਦੁਖੀ ਨਹੀਂ ਕਰ ਪਾਏ। ਪ੍ਰਹਲਾਦ ਨੇ ਤਪਦੇ ਹੋਏ ਥੰਮ ਨੂੰ ਹੱਥ ਲਾਤਾ, ਥੰਮ ਪਾਟ ਕੇ। ਦਾਰਸ਼ਨਿਕ ਲੋਕ ਕਹਿੰਦੇ ਨੇ ਜਿਹੜਾ ਮਨੁੱਖ ਜਾਂ ਜੋ ਹੀ ਸਾਡੇ ਕੋਲ ਜੀ ਤੜਪ ਦੀ ਇੰਤਹਾ ਤੱਕ ਜਾ ਕੇ ਵੀ ਤੜਪਦਾ ਨਹੀਂ ਹੈ, ਪਰਮਾਤਮਾ ਉਹਨੂੰ ਤੜਪਣ ਨਹੀਂ ਦਿੰਦਾ। ਅਤੇ ਜਿਹੜਾ ਆਰੰਭ ਵਿੱਚ ਹੀ ਤੜਪਣ ਵਿਚਲਿਤ ਹੋ ਜਾਂਦਾ, ਫਿਰ ਸਾਰੀ ਉਮਰ ਤੜਪਦਾ ਹੀ ਰਹਿੰਦਾ, ਵਿਚਲਦਾ ਹੀ ਰਹਿੰਦਾ, ਬੇਚੈਨ ਹੀ ਰਹਿੰਦਾ ਹੈ। ਇਹ ਤੜਪੇ ਨਹੀਂ, ਇਹ ਵਿਚਲੇ ਨਹੀਂ। ਇਸੇ ਕਰਕੇ ਨਿਗਾਥਾਂ ਪੜ੍ਹਾਈਆਂ ਜਾਂਦੀਆਂ ਨੇ, ਰੋਜ਼ਾਨਾ ਸੁਣਾਈਆਂ ਜਾਂਦੀਆਂ ਨੇ, ਕਿਉਂਕਿ ਇਹਨਾਂ ਨੂੰ ਦੁਖੀ ਕੋਈ ਨਹੀਂ ਕਰ ਪਾਇਆ। ਅਸੀਂ ਕਿਸੇ ਦਾ ਵੀ ਨਾਂ ਉਠਾ ਕੇ ਦੇਖ ਲਈਏ, ਅਰਦਾਸਾਂ 'ਚ ਆਪਾਂ ਕਹਿੰਦੇ ਜਿਨ੍ਹਾਂ ਸਿੰਘਾਂ ਸਿੰਘਣਿਆਂ ਜ਼ਿਕਰ ਪੜ੍ਹਦੇ ਹਾਂ ਸਿੰਘਣੀਆਂ ਦਾ, ਕੀ ਉਹਨਾਂ ਨੂੰ ਕੋਈ ਦੁਖੀ ਕਰ ਪਾਏ ਨੇ? ਅਤੇ ਅਸੀਂ ਵਡੇਰੇ ਦੀ ਸਾਖੀਆਂ 'ਚ ਉਹੀ ਪੜ੍ਹਿਆ ਨਾ, ਕਿਤੇ ਆਪ ਨੇ ਸਾਖੀਆਂ ਪੜ੍ਹੀਆਂ ਹੋਣੀਆਂ ਨੇ, ਜਦੋਂ ਇਹ ਸਿੰਘਣੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਨਿੱਕੇ ਨਿੱਕੇ ਬਾਲਕੇ ਲਾਹੌਰ ਮੀਰ ਮਨੂ ਦੀ ਜੇਲ੍ਹ ਵਿੱਚ ਨੇ, ਅਤੇ ਸਵਾ ਮਣ ਦਾ ਪੀਸਣਾ ਹੁੰਦਾ। ਆ ਸਵਾ ਮਣ ਅਨਾਜ ਥੋੜ੍ਹਾ ਬਹੁਤਾ ਨਹੀਂ ਹੁੰਦਾ, ਇਸਾ ਮਣ ਸਾਰੇ ਦਿਨ 'ਚ ਪੀਸਣਾ ਹੈ, ਅਤੇ ਮਿਲਣਾ ਕੀ ਹੈ? ਇੱਕ ਰੋਟੀ ਦਾ ਚੌਥਾ ਹਿੱਸਾ, ਜਿਹਨੂੰ ਖੰਨਾ, ਅੱਧੀ ਤੋਂ ਅੱਧਾ ਖੰਨੇ ਪ੍ਰਸ਼ਾਦਾ, ਅਤੇ ਇੱਕ ਕਟੋਰਾ ਪਾਣੀ। ਇੰਨਾ ਕੁ ਪਦਾਰਥ ਮਿਲਣਾ ਛਕਣ ਲਈ, ਅਤੇ ਸਵਾ ਮਣ ਅਨਾਜ ਪੀਸਣਾ ਪੈਣਾ। ਅਤੇ ਜਿਨ੍ਹਾਂ ਦੇ ਨਿੱਕੇ ਨਿੱਕੇ ਬਾਲਕੇ ਸ਼ੀਰ ਖੋਜ ਨੂੰ ਆਪਾਂ ਕਹਿੰਦੇ ਦੁੱਧ ਪੀਂਦੇ ਸਨ, ਸਾਰਾ ਦਿਨ ਵੱਖਰੇ ਵਿਲਕਦੇ, ਅਤੇ ਫਿਰ ਵੀ ਸੰਧਿਆ ਦੇ ਵੇਲੇ ਉਹਨਾਂ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, 4 ਪਹਿਰ ਦਿਨ ਤੇਰੇ ਪਿਆਰ ਤੇ ਭਾਣੇ 'ਚ ਬਤੀਤ ਹੋਏ, ਸੁੱਖ ਦਾ ਬਤੀਤ ਹੋਏ। ਹੈਰਾਨ ਹੋ ਗਏ ਜੇਲਰ ਵੀ ਇੰਨਾ ਦੁਖੀ ਕੀਤਾ ਇਹਨਾਂ ਨੂੰ, ਫਿਰ ਵੀ ਕਹਿੰਦੀਆਂ ਨੇ ਸੁੱਖ ਦਾ ਬਤੀਤ ਹੋਇਆ। ਉਹਨਾਂ ਕਿ ਰਾਤ ਅਸੀਂ ਸੁੱਖ ਦੇ ਬਤੀਤ ਨਹੀਂ ਹੋਣ ਦਿਆਂਗੇ। ਨਿੱਕੇ ਨਿੱਕੇ ਸ਼ੀਰਖੁਰ ਬੱਚੇ ਨੂੰ ਰਾਤ ਅਲੱਗ ਕਰਤਾ ਗਿਆ। ਬੱਚਾ ਰੋਏ ਤੇ ਮਾਂ ਕਿੱਥੇ ਸੁਖੀ ਹੈ? ਪਰ ਸਾਰੀ ਰਾਤ ਬੱਚੇ ਵਿਲਕੇ, ਸਾਰੀ ਰਾਤ ਮਾਵਾਂ ਜਪ ਕਰਦੀਆਂ ਰਹੀਆਂ। ਫਿਰ ਉਹਨਾਂ ਸਵੇਰੇ ਕਿਹਾ, ਹੇ ਸੱਚੇ ਪਾਤਸ਼ਾਹ, ਰਹਿਣ ਵੀ ਤੇਰੇ ਭਾਣੇ 'ਚ ਸੁੱਖ ਦੀ ਬਤੀਤ ਹੋਈ ਹੈ। ਹੈਰਾਨ ਹੋ ਗਏ ਅਸੀਂ ਇਹਨਾਂ ਦੀ ਅਰਦਾਸ ਨੂੰ ਬਦਲ ਦਿਆਂਗੇ। ਇੱਕ ਖਿਝ ਹੁੰਦੀ ਹੈ, ਇਹਨਾਂ ਦੇ ਬੋਲ ਬਦਲ ਦਿਆਂਗੇ, ਟੁੱਟ ਕੇ ਬੋਲ ਬਦਲਣਗੇ ਇਹਨਾਂ ਦੇ। ਅਗਲਾ ਦਿਨ ਸੀ ਜਿਸ ਦਿਨ ਉਹਨਾਂ ਨਿੱਕੇ ਨਿੱਕੇ ਬਾਲਕਾਂ ਨੂੰ ਨੇਜਿਆਂ 'ਤੇ ਟੰਗਤਾ, ਟੁਕੜੇ ਟੁਕੜੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ, ਸਿਰਫ ਇਹ ਦੇਖਣ ਵਾਸਤੇ ਵੀ ਸ਼ਾਮ ਨੂੰ ਕੀ ਕਹਿੰਦੀਆਂ ਨੇ। ਉਹਨਾਂ ਫਿਰ ਸ਼ਾਮ ਨੂੰ ਕਿਹਾ, ਸੱਚੇ ਪਾਤਸ਼ਾਹ, ਅੱਜ ਦਾ ਦਿਨ ਵੀ ਤੇਰੇ ਭਾਣੇ 'ਚ ਸੁੱਖ ਦਾ ਬਤੀਤ ਹੋਇਆ। ਨਹੀਂ ਬਦਲ ਪਾਏ ਲੋਕ ਇਸ ਅਰਦਾਸ ਨੂੰ, ਨਹੀਂ ਤੋੜ ਪਾਏ ਇਸ ਭਗਤੀ ਦੀ ਲਹਿਰ ਨੂੰ। ਇੱਕ ਇੰਤਹਾ ਕੀਤੀ ਉਹਨਾਂ ਆਪਣੀ, ਤਾਂ ਹੀ ਅਰਦਾਸ ਵਿੱਚ ਅੱਜ ਉਹਨਾਂ ਦਾ ਜ਼ਿਕਰ, ਭਾਵੇਂ ਵਿਅਕਤੀਗਤ ਉਹਨਾਂ ਦਾ ਨਾਂ ਨਹੀਂ ਹੈ ਸਾਡੇ ਕੋਲ, ਪਰ ਭਗਤ ਨੂੰ ਕਦੇ ਕੋਈ ਦੁਖੀ ਨਹੀਂ। ਭਗਤੀ ਦੀ ਪਹਿਚਾਣ ਪੈਰਾਮੀਟਰ ਇੱਕੋ ਹੀ ਹੈ। ਦੁਨੀਆ ਦੇ ਪਦਾਰਥਾਂ ਦੇ ਜਿਵੇਂ ਅਲੱਗ-ਅਲੱਗ ਜਿਹੜੇ ਪਰਖ ਮੁਕਾਮ ਹੁੰਦੇ ਨੇ, ਲੈਬੋਰਟਰੀਆਂ 'ਚ ਅਲੱਗ-ਅਲੱਗ ਪੈਮਾਨੇ ਹੁੰਦੇ ਨੇ, ਭਗਤੀ ਦਾ ਪੈਮਾਨਾ ਹੈ ਲੋਕ ਦੁਖੀ ਕਰਨ ਅਤੇ ਭਗਤ ਦੁਖੀ ਨਹੀਂ ਰਹਿਣ। ਆਪਣੇ ਆਪ ਨੂੰ ਦੇਖਣਾ, ਅਸੀਂ ਕਿੰਨੀ ਛੇਤੀ ਦੁਖੀ ਹੁੰਦੇ ਹਾਂ। ਸਾਨੂੰ ਤਾਂ ਤੁਰਿਆਂ ਜਾਂਦਿਆਂ ਕੋਈ ਸਾਈਡ ਨਾ ਦੇਵੇ ਕਾਰ 'ਤੇ, ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਪਿੱਛੋਂ ਕੋਈ ਹਾਰਨ ਵਜਾ ਦੇਵੇ ਤਾਂ ਅਸੀਂ ਤਾਂ ਦੁਖੀ ਹੋ ਜਾਂਦੇ ਹਾਂ। ਘਰ ਕੋਈ ਇੱਕ ਪਲ ਪਾਣੀ ਦਾ ਗਲਾਸ ਨਾ ਮਿਲੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਦਾ ਮਤਲਬ ਅਸੀਂ ਕੀ ਭਗਤੀ ਦੇ ਰਾਹ 'ਤੇ ਕਦੇ ਤੁਰੇ ਹਾਂ? ਸ਼ਾਇਦ ਅਸੀਂ ਇੱਕ ਕਦਮ ਵੀ ਨਹੀਂ ਤੁਰੇ ਹੋਵਾਂਗੇ। ਭਗਤ ਸੁਖੀ ਹੈ ਨਿਰਮਲੇ, ਮਹਾਰਾਜ ਕਹਿੰਦੇ ਸਦਾ ਸੁਖੀਏ ਨਿਰਮਲੇ। ਮਹਾਰਾਜ ਕੀਤਾ ਕੀ ਉਹਨਾਂ ਨੇ? ਕਿਉਂਕਿ ਸਤਿਗੁਰ ਕੀ ਕਾਰ ਕਮਾਏ ਭਾਈ, ਉਹਨਾਂ ਸਤਿਗੁਰ ਕੀ ਕਾਰ ਕੀਤੀ, ਸਤਿਗੁਰ ਕੀ ਸੇਵਾ ਕੀਤੀ। ਤਾਂ ਹੀ ਤਾਂ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਫਿਰ ਕਹਿਣ ਲੱਗੇ, ਆਹ ਦੁਨੀਆ ਦੇ ਰਾਜੇ ਮਹਾਰਾਜ, ਇਹਨਾਂ ਦੀ ਵੀ ਗੱਲ ਕਰਦੇ ਹੋ। ਕਹਿਣ ਲੱਗੇ, ਰਾਜੇ ਹੋਏ ਨਾ ਆਖੀਏ, ਆਹ ਦੁਨੀਆ ਦੇ ਰਾਜੇ ਦੀ ਕਿਆ ਗੱਲ ਕਰਨੀ। ਭਿੜ ਮਰਾਂ ਇਹ ਤੇ ਭਿੜ ਕਰਦੇ ਰਾਜ ਸੀ, ਭਿੜਦੇ ਰਹਿੰਦੇ, ਰੋਜ਼ ਰਾਜੇ ਭਿੜਦੇ ਨੇ, ਸਦੀਆਂ ਤੋਂ ਭਿੜਦੇ ਆਏ ਨੇ, ਹੁਣ ਵੀ ਭਿੜ ਰਹੇ ਨੇ। ਹੁਣ ਕਿਹੜਾ ਜਪ ਕਰਦੇ ਪਏ ਨੇ ਰਾਜਗੱਦੀ ਵਾਸਤੇ, ਕਦੇ ਕੋਈ, ਕਦੇ ਇਸ ਪਾਸੇ, ਕਦੇ ਉਸ ਪਾਸੇ, ਨਿਤ ਪਾਲੇ ਬਦਲੇ। ਇਹ ਲੋਕ ਕਿਸੇ ਕਹਿਣ ਜੋਗੇ ਥੋੜ੍ਹਾ ਨੇ। ਰਾਜੇ ਹੋਏ ਨਾ ਆਖੀਏ ਭਿੜ ਮਰਾਂ, ਫਿਰ ਜੂਨੀ ਪਏ ਤੇ ਜੂਨਾਂ 'ਚ ਡਿੱਗਣਗੇ।
ਜਿੰਨੀ ਛੇਤੀ ਛੇਤੀ ਪਾਰਟੀਆਂ ਬਦਲ ਬਦਲ ਕੇ ਭਿੜਦੇ ਨੇ ਉਨੀ ਜ਼ਿਆਦਾ ਜੂਨਾ ਭੁਗਤਣਗੇ। ਭਿੜ ਮਾਰਾਂ ਫਿਰ ਜੂਨੀ ਪਾਹੇ, ਜਿਹੜੇ ਧਨ ਕਰਕੇ ਜ਼ਮੀਨਾਂ ਕਰਕੇ ਲੜਦੇ ਭਿੜਦੇ ਨੇ, ਇਹਨਾਂ ਦੀ ਕੋਈ ਕਹਾਣੀ ਕੌਣ ਬਾਤ ਪਾਉਂਦਾ, ਇਹਨੂੰ ਕੌਣ ਯਾਦ ਕਰਦਾ ਹੈ। ਇਹ ਤਾਂ ਜੂਨਾ ਭੁਗਦੇ ਨੇ। ਨਾਨਕ ਵਿਣ ਨਾਵੈ ਨੱਕੀ ਵੱਢੀ ਫਿਰੈ, ਨੱਕੀ ਵੱਢੀ, ਨੱਕ ਵੱਢੇ ਹੋਏ ਬੇਪੱਤ ਹੋਏ ਲੋਕ। ਨਾਮ ਤੋਂ ਬਿਨਾਂ ਭਾਵੇਂ ਕੋਈ ਰਾਜਗੱਦੀ 'ਤੇ ਬੈਠਾ ਹੋਵੇ, ਬੇਪੱਤ ਬੇਇੱਜ਼ਤੀ ਹੈ। ਕੌਣ ਪੁੱਛਦਾ ਉਹਨਾਂ ਨੂੰ, ਕੌਣ ਸਨਮਾਨ? ਕੀ ਅੱਜ ਕਦੇ ਕਿਸੇ ਭਗਤ ਨੂੰ ਮਾਣ ਸਨਮਾਨ ਦੇ ਨਾਲ ਯਾਦ ਕੀਤਾ? ਜਦੋਂ ਵੀ ਲੋਕ ਯਾਦ ਕਰਦੇ ਨਫ਼ਰਤ ਦਾ ਬੋਲ ਬੋਲ ਕੇ ਯਾਦ ਕਰਦੇ ਨੇ, ਪਰ ਭਗਤ ਨੂੰ ਸਦਾ ਯਾਦ ਕੀਤਾ ਜਾਏਗਾ ਪ੍ਰੇਮ ਦੇ ਨਾਲ। ਸਦੀਆਂ ਪੁਰਾਣੇ ਭਗਤਾਂ ਨੂੰ ਪ੍ਰੇਮ ਦੇ ਨਾਲ ਯਾਦ ਕੀਤਾ ਜਾਂਦਾ ਹੈ, ਇੱਜ਼ਤ ਨਾਲ ਯਾਦ ਕੀਤਾ ਜਾਂਦਾ ਹੈ। ਪਤਾ ਕਿਉਂ? ਉਹਨਾਂ ਦੀ ਕੋਈ ਸ਼ੋਭਾ ਨਹੀਂ ਹੁੰਦੀ, ਸ਼ੋਭਾ ਮੂਲ ਨਾ ਪਾਹੇ, ਉਹਨਾਂ ਦੀ ਕੋਈ ਵਡਿਆਈ ਨਹੀਂ। ਦੀ ਗੁਰਦੇਵ ਕਿਰਪਾ ਕਰਨ ਸਾਨੂੰ ਸਮਝ ਆ ਜੇ ਪ੍ਰਭੂ ਪਿਆਰ ਭਗਤੀ ਇਤਨੀ ਗਹਿਰੀ ਹੈ। ਸੰਤ ਸੰਗਤ ਵਿੱਚ ਆ ਕੇ ਦਾ ਰਹੱਸ ਪਤਾ ਲੱਗਦਾ ਹੈ। ਆ ਸਤ ਸੰਗਤ ਵਿੱਚ ਆ ਕੇ ਉਹ ਭਗਤੀ ਦਾ ਦਾਤਾ ਹੀ ਹਿਰਦੇ ਜਾਣ ਕੇ ਵਸ ਜਾਂਦਾ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।